स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। सो प्रोग्राम शमादान दे विच इस वक्त मेरे नाल सरदार बख्तौर सिंह ढिल्लों ने। ढिल्लों साहब सत श्री अकाल जी। सत श्री अकाल जी। ढिल्लों साहब बिरसा सिंह बलटोए ने तो फिर जमा सिरे वाला ही लाता, कहना हिक ठोक के बयान दिता। फिर बिल्कुल असल दे विच कल अकाली दल दे जिहड़े हैगे साबका प्रधान जिन्हां नूं हुण एक नवां की कहांगे आपां नकाब पवाता है। अच्छा जी। उन्हां नूं एक्टिंग प्रधान कहता। अच्छा जी। पहली गल तो तुसीं ये देखो कि अकाली दल कितनी पुरानी पार्टी है। 100 साल की पार्टी हो गई, उपर ही हो गए 2 साल। हाँ बिल्कुल जी। 100 साल की पार्टी का सारा जथेबंदक ढांचा भंग करता। और काहदे ते भंग कीता? जिहड़ी झुंदा कमेटी की रिपोर्ट सी उहदे ते जी। भंग करन तो बाद फिर जो कलेश ने ਵਧਣਾ सी, कलेश ਵਧਿਆ ਤੇ ਹੁਣ एक मीटिंग बुला ली। पहली तो मीटिंग बुलाई प्रैस कांफ्रेंस की बठिंडा प्रैस क्लब च जी। वो 2 दिन पहला की सी। हाँ। ਉਹਦੇ ਰਾਹੀਂ ਜਿਹੜੇ ਮੌੜ ਹਲਕੇ ਦੇ ਕੁਝ ਲੋਕ ਸੀ जी। ਅਕਾਲੀ ਦਲ ਨਾਲ ਸੰਬੰਧਿਤ ਪੁਰਾਣੇ ਬੰਦੇ ਜੁੜੇ ਹੋਏ, ਉਹਨਾਂ ਤੋਂ ਇਹ ਬਿਆਨ ਦਵਾਇਆ ਕਿ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ ਚੋਂ ਕੱਢਿਆ ਜਾਵੇ। ਕੱਢਿਆ ਜਾਵੇ। ਅੱਛਾ ਜੀ। ਕਿਉਂਕਿ ਜਗਮੀਤ ਸਿੰਘ ਬਰਾੜ ਪਾਰਟੀ ਪ੍ਰਧਾਨ ਤੇ ਪਾਰਟੀ ਦਾ ਨੁਕਸਾਨ ਕਰ ਰਿਹਾ, ਪਾਰਟੀ ਦੇ ਖਿਲਾਫ ਬੋਲ ਰਿਹਾ। ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿ ਜਗਮੀਤ ਸਿੰਘ ਬਰਾੜ ਤਾਂ ਬੋਲ ਨਹੀਂ ਰਿਹਾ, ਉਹ ਤਾਂ ਇਹ ਗੱਲ ਕਹਿੰਦਾ ਕਿ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੋ। ਔਰ ਇਹ ਇਕੱਲਾ ਜਗਮੀਤ ਸਿੰਘ ਬਰਾੜ ਨਹੀਂ ਕਹਿੰਦਾ, ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਕਹਿੰਦਾ ਜੀ, ਇਹ ਮਨਪ੍ਰੀਤ ਯਾਲੀ ਵੀ ਕਹਿੰਦਾ ਹੈ। ਤੇ ਤੁਸੀਂ ਪਿਕ ਐਂਡ ਚੂਜ਼ ਦੀ ਰਾਜਨੀਤੀ ਕਿਉਂ ਅਡਾਪਟ ਕਰ ਰਹੇ ਹੋ? ਉਹਦੇ ਜੀ ਸਾਨੂੰ ਨਹੀਂ ਪਤਾ, ਸਾਡੇ ਹਲਕੇ ਤੋਂ ਚੋਣ ਉਹਨੇ ਲੜੀ ਸੀ। ਖੈਰ ਉਹ ਹੋਇਆ। ਦੂਜੀ ਫਿਰ ਇਹਨਾਂ ਨੇ ਇੱਕ ਮਲੂਕਾ ਸਾਹਿਬ ਦੀ ਅਗਵਾਈ ਦੇ ਵਿੱਚ ਬਣਾ ਦਿੱਤੀ ਸੀ ਡਿਸਪਲਿਨਰੀ ਕਮੇਟੀ। ਡਿਸਪਲਿਨਰੀ ਕਮੇਟੀ ਬਣਾਉਣ ਦੇ ਮਾਮਲੇ 'ਚ ਮੈਂ ਮਲੂਕਾ ਸਾਹਿਬ ਦੀ ਅੱਜ ਇੱਕ ਇੰਟਰਵਿਊ ਜੀ ਦਾ ਜ਼ਿਕਰ ਤੁਹਾਡੇ ਨਾਲ ਜਗਮੀਤ ਸਿੰਘ ਬਰਾੜ ਨੇ ਕੀਤਾ ਸੀ। ਅੱਜ ਮੈਂ ਵੀ ਉਹ ਪੂਰੇ ਗੌਰ ਨਾਲ ਸੁਣੀ। ਅੱਛਾ ਜੀ। ਉਹਨਾਂ ਨੂੰ ਮਲੂਕਾ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਅਚਨਚੇਤ ਜਿਹੜੀ ਹੈਗੀ ਇਹਦਾ ਜਿਹੜੀ ਡਿਸਪਲਿਨਰੀ ਕਮੇਟੀ ਇਹਦਾ ਬਣਾਉਣ ਦਾ ਕਾਰਨ ਕੀ ਸੀ ਜੀ, ਤਾਂ ਮਲੂਕਾ ਸਾਹਿਬ ਕਹਿੰਦੇ ਜੀ ਜਿਹੜਾ ਉਹ ਹੈ ਨਾ ਝੁੰਦਾ ਕਮੇਟੀ ਦੀ ਰਿਪੋਰਟ, ਉਹਦੇ ਵਿੱਚ 42 ਨੁਕਤੇ ਆ ਜਿਹੜੇ ਉਹ ਉਭਾਰੇ ਹੈ। ਅੱਛਾ ਜੀ। ਤੇ 42 ਨੁਕਤਿਆਂ ਦੇ ਵਿੱਚ ਇਹ ਗੱਲ ਵੀ ਹੈਗੀ ਹੈ ਜੀ ਵੀ ਪਾਰਲੀਮੈਂਟਰੀ ਬੋਰਡ ਵੀ ਹੋਣਾ ਚਾਹੀਦਾ ਹੈ, ਵਰਕਿੰਗ ਕਮੇਟੀ ਵੀ ਹੋਣੀ ਚਾਹੀਦੀ ਹੈ, ਡਿਸਪਲਿਨਰੀ ਕਮੇਟੀ ਵੀ ਹੋਣੀ ਚਾਹੀਦੀ ਹੈ ਜੀ। ਤੇ ਪ੍ਰਧਾਨ ਜੀ ਨੇ ਕਹਿੰਦੇ ਅਸਲ ਦੇ ਵਿੱਚ ਬਣਾਤਾ ਪਹਿਲਾਂ ਹੀ ਦਿੱਤੀ ਸੀ, ਪਰ ਪ੍ਰਧਾਨ ਜੀ ਨੂੰ ਟਾਈਮ ਨਹੀਂ ਲੱਗਿਆ ਸੀ ਅਨਾਊਂਸ ਕਰਨ ਦੀ। ਸੋ ਕੋਇਨਸੀਡੈਂਸ ਹੋ ਗਈ ਹੈ ਜਿਹੜੀ ਹੁਣ ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ। ਵੈਸੇ ਕਮੇਟੀ ਇਹ ਪਹਿਲਾਂ ਦੀ ਬਣੀ ਹੈ। ਉਸ ਕਮੇਟੀ ਉਹਨਾਂ ਨੂੰ ਮਲੂਕਾ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਫਿਰ ਕਮੇਟੀ ਦੀ ਤੁਹਾਡੀ ਦੀ ਮੀਟਿੰਗ ਕਦੋਂ ਹੋਊਗੀ? ਜੀ। ਉਹ ਕਹਿੰਦੇ ਕਾਹਦੀ ਮੀਟਿੰਗ ਕਾਹਦੇ ਵਾਸਤੇ? ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਉਦੋਂ ਹੀ ਹੁੰਦੀ ਹੈ ਜਦੋਂ ਅਨੁਸ਼ਾਸਨੀ ਕਮੇਟੀ ਦੇ ਕੋਲੇ ਕੋਈ ਸ਼ਿਕਾਇਤ ਆਉਂਦੀ ਹੈ ਜੀ, ਇੱਕ। ਜਾਂ ਦੂਜਾ ਜਿਹੜਾ ਹੈਗਾ ਜੇ ਅਖਬਾਰਾਂ ਦੇ ਵਿੱਚ ਕੋਈ ਬਿਆਨ ਇਹੋ ਜਿਹਾ ਜੀ ਜਿਹੜਾ ਪਾਰਟੀ ਵਿਰੋਧੀ ਹੋਵੇ ਫਿਰ ਤੇ ਅਨੁਸ਼ਾਸਨੀ ਕਮੇਟੀ ਉਹਦਾ ਨੋਟਿਸ ਲੈ ਸਕਦੀ ਹੈ। ਕਹਿੰਦੇ ਨਾ ਸਾਡੇ ਕੋਲ ਅਜੇ ਤੱਕ ਕੋਈ ਕੰਪਲੇਂਟ ਆਈ ਹੈ, ਨਾ ਹੀ ਕੋਈ ਇਹੋ ਜਿਹਾ ਬਿਆਨ ਆਇਆ, ਇਸ ਕਰਕੇ ਅਸੀਂ ਕਾਦੀ ਖਾਤਰ। ਅਗਲੀ ਗੱਲ ਉਹਨਾਂ ਨੇ ਕਹਿਤੀ ਸੀ, ਕਹਿੰਦੇ ਵੀ ਕੋਈ ਐਸੀ ਗੱਲ ਨਹੀਂ, ਜੇ ਕੋਈ ਸ਼ਿਕਾਇਤ ਵੀ ਆਊਗੀ ਅਨੁਸ਼ਾਸਨੀ ਕਮੇਟੀ ਇੱਕ ਤਰਫਾ ਕਾਰਵਾਈ ਨਹੀਂ ਕਰਦੀ। ਅਨੁਸ਼ਾਸਨੀ ਕਮੇਟੀ ਸੰਬੰਧਿਤ ਵਿਅਕਤੀ ਨੂੰ ਬੁਲਾਊਗੀ, ਉਹਦਾ ਪੱਖ ਸੁਣੂਗੀ ਜੀ, ਔਰ ਪੱਖ ਸੁਣਨ ਤੋਂ ਬਾਅਦ ਉਹਦੀ ਗੱਲ ਕਰੂਗੀ। ਮੇਰੇ ਖਿਆਲ ਜਗਮੀਤ ਸਿੰਘ ਬਰਾੜ ਨੇ ਤੁਹਾਨੂੰ ਇਹੀ ਕਿਹਾ ਸੀ ਕਿ ਇੰਟਰਵਿਊ ਜਿਹੜੀ ਬੜੀ ਬੈਲੈਂਸਡ ਹੈ। ਇਹਨੂੰ ਆਪਾਂ ਕਹਦੇ ਕਾਨੂੰਨ ਮੁਤਾਬਕ ਵਾਲੀ ਗੱਲ ਕਰਾਂਗੇ, ਪਰ ਇਹਦੀ ਮਕਸਦ ਬਣਾਉਣ ਦਾ ਕੀ ਹੈ ਅਨੁਸ਼ਾਸਨੀ ਕਮੇਟੀ? ਉਹ ਇਹੀ ਹੈ ਕਿ ਭਾਈ ਥੋੜਾ ਜਿਹਾ ਝਟਕਾ ਦੇਣ ਦੀ ਤਿਆਰੀ ਹੈ ਜੀ। ਬਠਿੰਡੇ ਤੋਂ ਆਪਣੇ ਮੌੜ ਹਲਕੇ ਦੇ ਲੋਕਾਂ ਤੋਂ ਡਿਮਾਂਡ ਕਰਵਾਤੀ, ਅਨੁਸ਼ਾਸਨੀ ਕਮੇਟੀ ਬਣ ਗਈ। ਹੁਣ ਇਹਦੇ ਤੇ ਅੱਗੇ ਥੋੜਾ ਜਿਹਾ ਹੋਰ ਇਹਨੂੰ ਤਿੱਖਾ ਕੀਤਾ। ਇਹਦੇ ਵਾਸਤੇ ਕੱਲ ਇੱਕ ਮੀਟਿੰਗ ਬੁਲਾਈ ਗਈ ਸਾਬਕਾ ਜਿਹੜੇ ਜ਼ਿਲ੍ਹਾ ਪ੍ਰਧਾਨਾਂ ਦੀ। ਅੱਛਾ। ਉਹਨਾਂ ਨੂੰ ਕਹਤਾ ਜੀ ਇਹ ਐਕਟਿੰਗ ਜ਼ਿਲ੍ਹਾ ਪ੍ਰਧਾਨ ਹੈ, ਸਾਰੇ ਆਪ ਹੀ ਐਕਟਿੰਗ ਤੇ ਉਹ ਵੀ ਐਕਟਿੰਗ। ਹਾਂਜੀ। ਤੇ ਫਿਰ ਐਕਟਿੰਗ ਹੀ ਕਰਨਗੇ। ਐਕਟਿੰਗ ਹੀ ਹੋ ਰਹੀ ਹੈ ਨਾ। ਵੈਸੇ ਅਕਾਲੀ ਦਲ ਚ ਇਸ ਵੇਲੇ ਐਕਟਿੰਗ ਹੀ ਹੋ ਰਹੀ ਹੈ। ਉਹ ਐਕਟਿੰਗ ਪ੍ਰਧਾਨ ਜਿਹੜੇ ਸੀ ਜੀ, ਐਕਟਿੰਗ ਪ੍ਰਧਾਨਾਂ ਦੀ ਮੀਟਿੰਗ ਤੋਂ ਬਾਅਦ ਫਿਰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜੀ। ਔਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਲੋਕ ਕੌਣ ਹੈ ਜੀ? ਬਿਰਸਾ ਸਿੰਘ ਬਲਟੋਹਾ। ਦੂਸਰੇ ਜਿਹੜੇ ਬੈਠੇ ਆ ਨਾਲ ਜੀ ਉਹਨਾਂ ਦੇ ਵਿੱਚ ਉਹ ਹੈਗੇ ਝੁੰਦਾ ਸਾਹਿਬ ਜੀ, ਔਰ ਤੀਸਰੇ ਮਨਤਾਰ ਸਿੰਘ ਬਰਾੜ ਵੀ ਬੈਠੇ। ਠੀਕ ਹੈ ਜੀ। ਇਹ ਇੰਟਰਸਟਿੰਗ ਗੱਲ ਇਹ ਕਿ ਮਨਤਾਰ ਸਿੰਘ ਬਰਾੜ ਤੇ ਜਗਮੀਤ ਸਿੰਘ ਬਰਾੜ ਰਿਸ਼ਤੇਦਾਰ ਵੀ ਆਪਸ ਵਿੱਚ ਹੈਗੇ ਆ।
ਜਮਾ ਨਿੱਜੀ ਰਿਸ਼ਤੇਦਾਰੀ ਹੈ ਕਿਉਂਕਿ ਜਿਹੜੇ ਆਪਣੇ ਤੁਹਾਡੇ ਮਨਤਾਰ ਸਿੰਘ ਬਰਾੜ ਹੈ ਜੀ, ਇਹਨਾਂ ਦੀ ਸਿਸਟਰ ਸਰਦਾਰ ਅਮਰਜੀਤ ਸਿੰਘ ਢਿੱਲੋਂ ਨੂੰ ਵਿਆਹੀ ਹੋਈ ਸੀ ਇੱਥੇ ਕੋਟਕਪੂਰੇ। ਕੋਟਕਪੂਰੇ ਉਹਨਾਂ ਦੀ ਮੌਤ ਹੋ ਗਈ। ਤੇ ਅਮਰਜੀਤ ਸਿੰਘ ਢਿੱਲੋਂ ਦੀ ਸਕੀ ਭੈਣ ਜਿਹੜੀ ਹੈਗੀ ਉਹ ਜਗਮੀਤ ਸਿੰਘ ਬਰਾੜ ਦੀ ਵਿਆਹੀ ਹੋਈ ਹੈ, ਵੀ ਸਾਲੇ ਦਾ ਸਾਲਾ ਹੋ ਗਿਆ। ਚਲੋ ਉਹ ਰਿਸ਼ਤੇਦਾਰੀ ਜੱਟਾਂ ਵਾਲੀ ਰਿਸ਼ਤੇਦਾਰੀ ਕੱਢੀਏ ਤਾਂ ਉਹ ਹੈ, ਹਾਂਜੀ ਉਹਨਾਂ ਦੀ ਰਿਸ਼ਤੇਦਾਰੀ ਵੀ ਹੈ। ਔਰ ਉਹ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ। ਉਹ ਫਿਰ ਪ੍ਰੈਸ ਕਾਨਫਰੰਸ ਨੂੰ ਜਦੋਂ ਸੰਬੋਧਨ ਕਰਦੇ ਆ ਨਾ ਤਾਂ ਕਹਿੰਦੇ ਆ ਜੀ ਇੱਕ ਗੱਲ ਤਾਂ ਸੁਣ ਲਓ ਕਲੀਅਰ ਜੀ। ਫਿਰ ਉਹ ਮਝੈਲਾਂ ਵਾਲੀ ਬੋਲੀ ਉਹਨਾਂ ਨੇ, ਗੱਲ ਸੁਣ ਲਓ ਕਲੀਅਰ, ਜੇ ਕੋਈ ਸਾਡੇ ਪ੍ਰਧਾਨ ਦੇ ਖਿਲਾਫ ਬੋਲਿਆ, ਅੱਛਾ ਜੀ, ਸਾਡੇ ਪ੍ਰਧਾਨ ਦੇ ਖਿਲਾਫ ਕਿਸੇ ਨੇ ਐਸੀ ਵੈਸੀ ਗੱਲ ਕਰੀ ਤੇ ਬਖਸ਼ਾਂਗੇ ਨਹੀਂ। ਵਿਰੋਧੀ ਪਾਰਟੀਆਂ ਵੀ ਸੁਣ ਲੈਣ, ਐਵੇਂ ਨਾ ਸਾਡੇ ਪ੍ਰਧਾਨ ਨੂੰ ਬਦਨਾਮ ਕਰੋ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ, ਹੈ ਤੇ ਰਹੂਗਾ। ਅੱਛਾ, ਪਾਸਟ ਪ੍ਰੈਜ਼ੈਂਟ ਕਰਤਾ ਜੀ ਗਾਂ ਨੂੰ। ਅੱਛਾ, ਮੇਰਾ ਖਿਆਲ ਹੈ ਜੇ ਇੱਕ ਗੱਲ ਕਹਿੰਦੇ ਵੀ ਉਹਨਾਂ ਦਾ ਬੇਟਾ ਵੀ ਰਹੂਗਾ। ਹਾਂ, ਫਿਰ ਉਹ ਤੋਂ ਬਾਅਦ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਤੇ ਉਹ ਅਨੰਤ ਵੀਰ ਦੇ ਬਣਨ ਤੱਕ ਰਹੂਗਾ। ਹਾਂ, ਹੁਣ ਜਿਹੜੀ ਅਗਲੀ ਗੱਲ ਕਰਤੀ, ਅਗਲੀ ਗੱਲ ਆਹੀ ਤਾਂ ਗੱਲ ਹੈ। ਇਹੀ ਤਾਂ ਅਕਾਲੀ ਦਲ ਵਾਲੇ ਜਿਹੜੇ ਅਕਾਲੀ ਦਲ ਦੇ ਵਰਕਰ ਆ ਉਹੀ ਤਾਂ ਗੱਲ ਕਹਿੰਦੇ ਵੀ ਇਹ ਹੋ ਕੀ ਰਿਹਾ ਹੈ, ਇਹ ਪਰਿਵਾਰਕ ਪਾਰਟੀ ਬਣ ਗਈ, ਇਹ ਅਕਾਲੀ ਦਲ ਤਾਂ ਰਿਹਾ ਨਹੀਂ। ਝੁੰਦਾ ਸਾਹਿਬ ਬੋਲਦੇ ਆ, ਕਹਿੰਦੇ ਯਾਰ ਹੁਣ ਤੁਸੀਂ ਸਿੱਧੀ ਪੱਧਰੀ ਗੱਲ ਹੈ ਵੀ ਤੁਸੀਂ ਉਹਨੂੰ ਅਕਾਲੀ ਦਲ ਬਾਦਲ ਨਾ ਕਹੋ, ਇਹਨੂੰ ਬਾਦਲ ਨਹੀਂ, ਬਾਦਲ ਤਾਂ ਸਿਰਫ ਲੀਡਰਸ਼ਿਪ 'ਚ ਹੈ, ਇਹ ਅਕਾਲੀ ਦਲ ਹੈ। ਉਹਨੂੰ ਅਕਾਲੀ ਦਲ ਮੰਨਿਆ ਕਿ ਅਕਾਲੀ ਦਲ ਤਾਂ ਕਈ ਸਾਰੇ ਕਈ ਹੈ। ਖੈਰ ਜਦੋਂ ਆ ਗੱਲ ਕਹਿਤੀ ਦਾਨੇਵਾਲੀਆ ਸਾਹਿਬ, ਫਿਰ ਗੱਲ ਥੋੜੀ ਜਿਹੀ ਗਾਂਹ ਵੀ ਤੋੜ ਲਈ। ਕਹਿੰਦੇ ਜੀ ਕੁਛ ਲੋਕ ਇਹੋ ਜਿਹੇ ਹੈ ਜੀ, ਜਿਹੜੇ ਲੋਕ ਕਹਿੰਦੇ ਵੀ ਪਹਿਲਾਂ ਕਹਿੰਦੇ ਸੀ ਵੀ ਅਸੀਂ ਬੀਜੇਪੀ ਦੀ ਕੈਂਡੀਡੇਟ ਨੂੰ ਵੋਟਾਂ ਕਿਉਂ ਪਾਈਏ, ਆਪਣੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਦੀਆਂ। ਹੁਣ ਕਹਿੰਦੇ ਜੀ 2 ਦਿਨਾਂ ਤੋਂ ਇੱਕ ਬੰਦਾ ਦਿੱਲੀ ਬੈਠਾ ਹੈ। ਅੱਛਾ, ਤੇ ਉਹ ਕਹਿੰਦੇ ਮਟਰ ਪਨੀਰ ਨਾਲ ਉਹਨਾਂ ਨੇ ਮਤਲਬ ਜਿਹੜੀ ਮਟਰ ਪਨੀਰ ਦੀ ਸਬਜ਼ੀ ਹੈ ਰੋਟੀ ਪਾਣੀ ਛਕਿਆ ਉਹਨਾਂ ਨੇ ਇਕੱਠਾ, ਤੇ ਤਸਵੀਰ ਵੀ ਹੈਗੀ ਹੈ, ਤਸਵੀਰ ਵੀ ਜਾਰੀ ਕਰਤੀ। ਅੱਛਾ ਜੀ, ਇਹ ਕਹਿੰਦੇ ਸਾਰੇ ਬੰਦੇ ਇਕੱਠੇ ਹੈ ਜੀ। ਇਹ ਤਾਂ ਕਹਿੰਦੇ ਹੁਣ ਬੀਜੇਪੀ ਵਾਲਿਆਂ ਨਾਲ ਤੁਰੇ ਫਿਰਦੇ ਤੇ ਬੀਜੇਪੀ ਦੇ ਮਗਰ ਲਾ ਕੇ ਸਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਦਾਨੇਵਾਲੀਆ ਸਾਹਿਬ ਜਦੋਂ ਹਾਂ ਗੱਲ ਹੋ ਗਈ, ਇਸ ਗੱਲ ਤੇ ਫਿਰ ਪੜਾਕੇ ਵਾਲੇ ਪਾਤੇ। ਅੱਛਾ ਜੀ, ਇਹਦੇ ਤੇ ਬੜਾ ਤਕੜਾ ਰਿਐਕਸ਼ਨ ਆਇਆ ਮਨਪ੍ਰੀਤ ਸਿੰਘ ਏਆਲੀ ਦਾ। ਅੱਛਾ, ਫਿਰ ਉਹਨੇ ਚੱਕ ਲਈ ਸੂਈ ਹੈ ਨਹੀਂ, ਚੱਕ ਸੂਈ ਕੀ ਜੀ, ਉਹ ਪੈ ਗਿਆ ਲੀਲੀ ਕਰਕੇ। ਉਹਨੇ ਮਤਲਬ ਇਹਨੇ ਤਾਂ ਮਾਝੇ ਵਾਲੀ ਦਾ ਪਲਕਾਰਾ ਮਾਰਿਆ, ਪਰ ਉਹ ਫਿਰ ਉਹ ਲੁਧਿਆਣੇ ਵਾਲੇ ਮਲਵਈ ਜੱਟਾਂ ਵਾਲੀ ਗੱਲ ਤੇ ਆ ਗਿਆ ਨਾ ਜੀ। ਤਾਂ ਮੈਨੂੰ ਲੱਗਦੀ ਹੈ ਵੀ ਬਠਿੰਡੇ ਵਾਲਾ ਵੜ ਗਿਆ। ਅੱਛਾ ਜੀ, ਜਿਹੜੀ ਉਹਨੇ ਕੱਲ ਗੱਲ ਕਹੀ। ਉਹ ਆ ਰਿਹਾ ਸੀ ਦਿੱਲੀ ਤੋਂ। ਅੱਛਾ ਜੀ, ਉਹ ਕਹਿੰਦਾ ਮੈਂ ਦਿੱਲੀ ਤੋਂ ਵਾਪਸ ਆ ਰਿਹਾ। ਦਿੱਲੀ ਤੋਂ ਮੈਂ ਵਾਪਸ ਆ ਰਿਹਾ, ਮੈਂ ਦਿੱਲੀ ਗਿਆ ਸੀ ਜੀ। ਮੈਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਦੇ ਨਹੀਂ ਮਿਲਿਆ। ਮਨਜਿੰਦਰ ਸਿੰਘ ਸਿਰਸਾ ਨੂੰ ਤਾਂ ਮੈਂ ਉਦੋਂ ਦਾ ਮਿਲਿਆ ਜਦੋਂ ਸਾਡੀ ਪਾਰਟੀ 'ਚ ਹੁੰਦਾ ਸੀ ਅਕਾਲੀ ਦਲ 'ਚ। ਮੈਂ ਆਪਣੀ ਵਾਈਫ ਨੂੰ ਲੈਣ ਵਾਸਤੇ ਗਿਆ ਸੀ। ਅੱਛਾ ਜੀ, ਉਹ ਕਹਿੰਦਾ ਮੇਰੀ ਵਾਈਫ ਕੈਨੇਡਾ ਤੋਂ ਆ ਰਹੀ ਸੀ। ਤੇ ਉਹਨੇ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹ ਆਪਣਾ ਲਾਈਵ ਹੋਇਆ ਸੀ ਜੀ, ਚੱਕ ਕੇ ਟਿਕਟ ਦਿਖਾਤੀ। ਕਹਿੰਦਾ ਆਹ ਟਿਕਟ ਹੈ ਡੈਲਟਾ 에ਅਰਲਾਈਨਸ ਦੀ, ਇਸ ਜਹਾਜ਼ ਦੇ ਉੱਤੇ ਮੇਰੀ ਵਾਈਫ ਆਈ ਹੈ ਤੇ ਰਾਤ ਨੂੰ ਆ ਕੇ ਉਤਰੀ ਆ 2 ਵਜੇ ਤੇ ਕੁਛ ਮਿੰਟਾਂ ਦੇ। ਉਹ ਤੋਂ ਬਾਅਦ ਮੈਂ ਉਹਨੂੰ ਰਿਸੀਵ ਕੀਤਾ। ਰਿਸੀਵ ਕਰਨ ਤੋਂ ਬਾਅਦ ਸਾਡਾ ਫਰਨੀਚਰ ਵਗੈਰਾ ਦਾ ਕੰਮ ਸੀ ਕੁਛ ਦਿੱਲੀ 'ਚ, ਉਹ ਕੀਤਾ। ਤੇ ਹੁਣ ਮੈਂ ਆ ਰਿਹਾ ਵਾਪਸ। ਉਹ ਕਹਿੰਦਾ ਵੀ ਮੈਂ ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹੂੰਗਾ, ਕਿਸੇ ਪਾਰਟੀ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਵੀ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਹੈ ਵੀ ਇਹ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਤੇ ਪਾਰਟੀ ਨੂੰ ਖਰਾਬ ਕਰਦਾ ਹੈ, ਕਿਰਪਾ ਕਰਕੇ ਕਹਿੰਦਾ ਉਹ ਇਹ ਦੱਸਣ ਕਿ ਭਾਰਤੀ ਜਨਤਾ ਪਾਰਟੀ ਦੀ ਕੈਂਡੀਡੇਟ ਨੂੰ ਉਹਨਾਂ ਨੇ ਤਾਂ ਵੋਟਾਂ ਪਾਈਆਂ, ਦ੍ਰੋਪਦੀ ਮੁਰਮੂ ਨੂੰ, ਤੇ ਮੈਂ ਤਾਂ ਬਾਈਕਾਟ ਕੀਤਾ। ਤੇ ਫਿਰ ਰਲਿਆ ਮੈਂ ਉਹਨਾਂ ਨਾਲ ਕਿ ਇਹ ਰਲੇ ਵੇ। ਇਹ ਕਹਿੰਦਾ ਕੁਛ ਬੰਦੇ ਕਰਦੇ ਆ ਖਰਾਬ। ਉਹਨੇ ਇਹ ਗੱਲ ਕਹਿਤੀ ਜੀ। ਉਹ ਤੋਂ ਬਾਅਦ ਚਲੋ ਉਹਨੇ ਆਪਦੀ ਗੱਲ ਕਹਿ ਕੇ ਉਹ ਕਹਿੰਦਾ ਵੀ ਇਹ ਸਾਬਤ ਕਰਦੇ ਬਿਰਸਾ ਸਿੰਘ ਬਲਟੋਹਾ, ਅੱਛਾ, ਕਿ ਮੈਂ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਿਆ ਤੇ ਮੈਂ ਪੋਲਿਟਿਕਸ ਛੱਡ ਦੂੰਗਾ, ਰਾਜਨੀਤੀ ਤਿਆਗ ਦੂੰਗਾ। ਜਿੱਥੋਂ ਤੱਕ ਉਹ ਫੋਟੋ ਦੀ ਗੱਲ ਆਈ ਵੀ ਆ, ਫੋਟੋ ਸ਼ੇਅਰ ਕੀਤੀ ਹੈ। ਉਹ ਕਹਿੰਦਾ ਫੋਟੋ ਬਹੁਤ ਪੁਰਾਣੀ ਹੈ। ਅੱਜ ਕੱਲ ਮਨਜਿੰਦਰ ਸਿੰਘ ਸਿਰਸਾ ਦੀ ਦਾੜੀ ਚਿੱਟੀ ਹੈ, ਉਹ ਕਾਲੀ ਹੋਣੀ ਹੈ। ਉਹ ਕਹਿੰਦਾ ਕਾਲੀ ਦਾੜੀ ਹੈ। ਤੇ ਨਾਲ ਉਹਨੇ ਦੱਸਤਾ ਕਹਿੰਦਾ ਇਹ ਹੈ ਕਿੱਥੋਂ ਦੀ, ਇਹ ਕਹਿੰਦਾ ਛਪਾਰ ਦੇ ਮੇਲੇ ਦੀ ਹੈ। ਅੱਛਾ ਜੀ, ਉਹਨੂੰ ਪਤਾ ਹੀ ਉਹਦੇ ਇਲਾਕੇ ਦੀ। ਹਾਂ, ਉਹ ਤੁਹਾਨੂੰ ਇੱਕ ਗੱਲ ਕਹੀ ਸੀ ਨਾ ਵੀ ਕੁਝ ਬੰਦੇ ਜਿਹੜੇ ਹੈਗੇ ਆ ਕਿਰਾਏਦਾਰ ਕਿਰਾਏ ਦੇ ਬੰਦੇ ਜਿਹੜੇ ਉਹ ਖੇ ਖਰਾਬ ਕਰਦੇ ਆ, ਉਹ ਵੀ ਇਸ਼ਾਰਾ ਉਹ ਵੀ ਕਰ ਗਿਆ। ਕਹਿੰਦਾ ਆਈਟੀ ਸੈੱਲ ਦੀਆਂ ਕਰਾਮਾਤਾਂ ਹੈ ਇਹ ਸਾਰੀਆਂ ਦੀਆਂ ਸਾਰੀਆਂ ਆਈਟੀ। ਲਓ ਜੀ, ਉਹ ਤੋਂ ਬਾਅਦ ਉਹ ਆਪਦੇ ਘਰੇ ਆ ਗਿਆ। ਫਿਰ ਇੱਕ ਹੈਗਾ ਤੁਹਾਡਾ ਟੀਵੀ ਚੈਨਲ ਅੰਬਾਨੀਆਂ ਦਾ, ਉਹ ਹੈ ਤਾਂ ਪੰਜਾਬੀ ਦੇ ਵਿੱਚ, ਉਹਦੇ ਵਿੱਚ ਡਿਬੇਟ ਚੱਲਦੀ ਹੈ ਸ਼ਾਮ ਨੂੰ। ਉਹ ਕਦੇ ਉਹਨਾਂ ਨੂੰ ਪੁੱਛ ਲਿਆ ਤੇ ਕਦੇ ਉਹਨਾਂ ਨੂੰ ਪੁੱਛ ਲਿਆ। ਬਿਰਸਾ ਸਿੰਘ ਬਲਟੋਹਾ ਵੀ ਬੈਠਾ ਜੀ, ਤੇ ਬਿਰਸਾ ਸਿੰਘ ਬਲਟੋਹਾ ਨਾਲ ਗੱਲ ਕੀਤੀ ਤੇ ਨਾਲ ਉਹਦੇ ਨਾਲ ਗੱਲ ਕਰ ਲਈ। ਉਹ ਕਹਿੰਦਾ ਸਾਬਤ ਕਰ ਬਈ ਮੈਨੂੰ, ਬਈ ਮੈਂ ਐ ਗਿਆ ਸੀ।
ਉਹ ਮਨਪ੍ਰੀਤ ਇਸ ਤਰ੍ਹਾਂ ਨਹੀਂ ਯਾਰ, ਤੂੰ ਛੋਟੇ ਭਾਈ ਫਲਾਣਾ, ਉਹ ਕਹਿੰਦਾ ਤੂੰ ਮੇਰਾ ਨਾਂ ਲਿਆ ਵੀ ਮੈਂ ਉਹਨੂੰ ਜਾ ਕੇ ਮਿਲਿਆ ਨਹੀਂ। ਦਾਨੇਵਾਲੀਆ ਸਾਹਿਬ ਅਖੀਰ ਫਿਰ ਜਦੋਂ ਜਿਹੜੀ ਉਹ ਆਪਦੀ ਗੱਲ ਚ ਕਹਿੰਦਾ ਮਤਲਬ ਇਸ ਤਰ੍ਹਾਂ ਹੋ ਗਈ, ਮਤਲਬ ਲਲਕਾਰਿਆਂ ਨੇ ਇਹਦਾ ਪਹਿਲੀ ਵਾਰੀ ਅਕਾਲੀ ਦਲ ਬਨਾਮ ਅਕਾਲੀ ਦਲ ਹੋਇਆ। ਅਕਾਲੀ ਦਲ ਮੇਰਾ ਖਿਆਲ ਹੈ ਵੀ ਮੇਰੇ ਮਨਪ੍ਰੀਤ ਯਾਲੀ ਸਿਆਣਾ ਵਧਾਏ, ਕਦੇ ਆਪਾਂ ਉਹਨੂੰ ਗਰਮ ਹੁੰਦਾ ਨਹੀਂ ਦੇਖਿਆ। ਉਹਦੀ ਇਲੈਕਸ਼ਨ ਵੇਲੇ ਜ਼ਰੂਰ ਮੈਂ ਦੇਖਿਆ ਸੀ, ਜਦੋਂ ਸੰਦੀਪ ਸੰਧੂ ਨਾਲ ਉਹ ਇਲੈਕਸ਼ਨ ਲੜ ਰਿਹਾ ਸੀ, ਅੜਫਸ ਸੀ, ਉਦੋਂ ਉਹਦੇ ਕੁਝ ਬੰਦਿਆਂ ਦੀ ਪੁਲਿਸ ਫੜਾਫੜਾਈ ਕਰਦੀ ਸੀ, ਉਦੋਂ ਜ਼ਰੂਰ ਪੈ ਗਿਆ ਸੀ ਪੁਲਿਸ ਆ ਜੀ, ਪਰ ਉਹ ਬੰਦਾ ਕਦੇ ਗਰਮ ਨਹੀਂ ਹੋਇਆ ਸੀ। ਕੱਲ ਮੈਂ ਉਹਦੀ ਜਿਹੜੀ ਗਰਮੀ ਦੇਖੀ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਤੇਰਾ ਨਾਂ ਹੀ ਨਹੀਂ ਲਿਆ। ਮੈਂ ਕਦੋਂ ਨਾਂ ਲਿਆ? ਅੱਜ ਮੈਂ ਉਹਦੀ ਸਵੇਰੇ ਫੇਰ ਇੱਕ ਹੋਰ ਇੰਟਰਵਿਊ ਦੇਖ ਲਈ ਮਨਪ੍ਰੀਤ ਸਿੰਘ ਯਾਲੀ ਦੀ। ਮਨਪ੍ਰੀਤ ਸਿੰਘ ਯਾਲੀ ਕਹਿੰਦਾ ਖੜਾ ਹੀ ਮੁੱਕਰ ਗਿਆ। ਅੱਛਾ, ਪਹਿਲਾਂ ਮੇਰਾ ਨਾਂ ਲਈ ਜਾਂਦਾ, ਫਿਰ ਖੜਾ ਮੁੱਕਰ ਗਿਆ। ਫਿਰ ਮਨਪ੍ਰੀਤ ਸਿੰਘ ਯਾਲੀ ਨੂੰ ਪੁੱਛਦਾ, ਕਹਿੰਦੇ ਜੀ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਮਿਲੋਗੇ? ਕਹਿੰਦਾ ਵੀ ਕਿਉਂਕਿ ਉਹਨਾਂ ਨੇ ਕਿਹਾ ਸੀ ਪ੍ਰਧਾਨ ਜੀ ਮਨਾ ਰਹੇ ਆ ਸਾਰਿਆਂ ਨੂੰ, ਟੈਲੀਫੋਨ ਕਰੀ ਜਾਂਦੇ ਆ, ਕਾਲਾਂ ਕਰੀ ਜਾਂਦੇ। ਉਹ ਕਹਿੰਦਾ ਮੈਨੂੰ ਕੋਈ ਗੱਲ ਨਹੀਂ ਆਈ। ਫਿਰ ਉਹ ਐਂਕਰ ਨੇ ਪੁੱਛਿਆ, ਕਹਿੰਦੇ ਜੀ ਮਜੀਠੀਆ ਸਾਹਿਬ ਆ ਗਏ, ਤੁਸੀਂ ਮਿਲਣ ਜਾਓਗੇ? ਕਹਿੰਦਾ ਜੀ ਸੁਨੇਹਾ ਆ ਗਿਆ ਤਾਂ ਜਾਵਾਂਗੇ, ਆਪਦੀ ਆਪਣੀ ਜਾਵਾਂਗੇ, ਜੇ ਸੁਨੇਹਾ ਆ ਗਿਆ ਤਾਂ ਜਾਵਾਂਗੇ, ਕਿਉਂਕਿ ਅਕਾਲੀ ਅੱਜ ਕੱਲ੍ਹ ਜਾ ਰਹੇ ਤਾਂ ਅਸਲ 'ਚ ਹਾਂ ਫੁੱਲ ਮਹਿੰਗੇ ਹੋ ਗਏ। ਹੁਣ ਅਸਲ 'ਚ ਕਹਾਣੀ ਕੀ ਹੈ? ਕਹਾਣੀ ਹੈ ਕਿ ਇਹ ਸਾਰਾ ਕੁਝ ਕਿਹਾ ਕਿਉਂ ਜਾ ਰਿਹਾ, ਇਹ ਅਡੰਬਰ ਸਾਰਾ ਕਿਉਂ ਰਚਿਆ ਜਾ ਰਿਹਾ। ਅਡੰਬਰ ਦਾਨੇਵਾਲੀਆ ਸਾਹਿਬ ਜਿਹੜੀ ਅਸਲ ਗਿਰੀ ਹੈ ਨਾ, ਗਿਰੀ ਹੈ ਕਿ ਇਹ ਜਿਹੜੇ ਬੰਦੇ ਇਕੱਠੇ ਹੋਏ ਸੀ ਕੱਲ੍ਹ ਉਹਦੇ ਪਰਿਵਾਰ ਘਰ 'ਚ ਅੰਮ੍ਰਿਤਸਰ, ਉੱਥੇ ਮੀਟਿੰਗ ਕਰਕੇ ਇਹਨਾਂ ਨੇ ਇੱਕ ਫੈਸਲਾ ਕਰ ਲਿਆ ਕਿ ਆਪਾਂ ਸਿੱਖ ਬੁੱਧੀਜੀਵੀਆਂ ਨੂੰ, ਧਾਰਮਿਕ ਸ਼ਖਸੀਅਤਾਂ ਨੂੰ ਨਾਲ ਲੈ ਕੇ ਸਾਰੇ ਜਾਣੇ ਇਕੱਠੇ ਹੋ ਕੇ ਜਾਵਾਂਗੇ ਪ੍ਰਧਾਨ ਜੀ ਕੋਲੇ। ਕਿ ਪ੍ਰਧਾਨ ਜੀ ਝੁੰਦਾ ਕਮੇਟੀ ਦੀ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਬਦਲੋ ਜੀ, ਸਾਰੀ ਲੀਡਰਸ਼ਿਪ ਬਦਲੋ। ਤੇ ਉਹ ਜਿਹੜੀ ਬਦਲਣ ਵਾਲੀ ਗੱਲ ਹੁੰਦੀ ਉਹਦੀ ਪੁਸ਼ਟੀ ਕਰਤੀ ਮਨਪ੍ਰੀਤ ਯਾਲੀ ਨੇ ਆਪਦੀ ਇੰਟਰਵਿਊ 'ਚ। ਉਹ ਕਹਿੰਦਾ ਮੈਂ ਵੀ ਝੁੰਦਾ ਕਮੇਟੀ ਦਾ ਮੈਂਬਰ ਸੀ। ਅਸੀਂ ਗਏ ਆ ਲੋਕਾਂ ਕੋਲੇ, ਪੁੱਛਣ ਗਏ ਆ ਵੀ ਆਪਾਂ ਅਕਾਲੀ ਦਲ ਕਿਉਂ ਹੋ ਰਿਹਾ। ਸਾਨੂੰ ਕਹਿੰਦਾ ਲੋਕ ਪੈਂਦੇ ਹੁੰਦੇ ਸੀ, ਕਹਿੰਦੇ ਜਾਓ ਤੁਹਾਨੂੰ ਅਸੀਂ ਕੀ ਦੱਸੀਏ। ਕਹਿੰਦਾ ਅਸੀਂ ਆਖਿਆ ਕਾਰਵਾਈ ਕਰੀਏ। ਨਹੀਂ ਜੀ ਨਹੀਂ, ਉਹਦਾ ਸਾਨੂੰ ਇਹ ਨਹੀਂ ਕਿਹਾ ਵੀ ਕਹਿੰਦਾ ਸਾਨੂੰ ਕਹਿੰਦੇ ਬਾਦਲਾਂ ਦੇ ਚਮਚੇ ਫਿਰਦੇ ਆ ਫਿਰਦੇ ਬਾਦਲਾਂ ਦੇ ਚਮਚੇ। ਕਹਿੰਦਾ ਸਾਨੂੰ ਕਾਲੀ ਵਰਕਰ ਕਹਿੰਦੇ ਸੀ। ਜਦੋਂ ਯਾਰ ਨਾਲ ਇੰਨੀ ਭੈੜੀ ਹੋਈ ਹੈ ਤੇ ਅਸੀਂ ਸੱਚ ਫਿਰ ਕਿਉਂ ਨਾ ਕਹੀਏ? ਅਸੀਂ ਆਪਦੀ ਕਮੇਟੀ 'ਚ ਸੱਚ ਕਹਿਤਾ। ਹੁਣ ਉਹ ਕਮੇਟੀ 'ਚ ਝੁੰਦਾ ਵੀ ਬੈਠੇ ਆ, ਬਿਰਸਾ ਸਿੰਘ ਬਲਟੋਹਾ ਕਹਿੰਦਾ ਜੀ ਮੈਂ ਤਾਂ ਸਾਰੀ ਉਹ ਪੜ੍ਹੀ ਹੈ, ਉਹਦੇ ਵਿੱਚ ਇਹ ਤਾਂ ਕਹਿੰਦੇ ਲਿਖਿਆ ਨਹੀਂ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਇਹਨੂੰ ਹਟਾਇਆ ਜਾਵੇ। ਜਦੋਂ ਉਹ ਕਹਿੰਦੇ ਵੀ ਲੀਡਰਸ਼ਿਪ 'ਚ ਤਬਦੀਲੀ ਚਾਹੀਦੀ ਹੈ, ਨਾਲ ਉਹਦੇ ਵਿੱਚ ਇਹ ਲਿਖਿਆ ਕਿ ਲੀਡਰਸ਼ਿਪ ਜਿਹੜੀ ਹੈਗੀ ਹੈ, ਜਿਹੜਾ ਪਾਰਟੀ ਪ੍ਰਧਾਨ ਹੈ ਉਹ 10 ਸਾਲਾਂ ਤੋਂ ਉੱਪਰ ਨਹੀਂ ਰਹਿਣਾ ਚਾਹੀਦਾ। ਤੇ ਇਹਨਾਂ ਨੂੰ ਤਾਂ 12-13 ਸਾਲ ਹੋ ਗਏ। ਉਹ ਸਮਾਂ ਤਾਂ ਹੁਣ ਉਹ ਆ ਗਿਆ, ਪਰ ਉਹ ਕਹਿਣ ਤੋਂ ਡਰਦੇ ਆ। ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ ਗੱਲ, ਹੁਣ ਇਹਨੂੰ ਪਤਾ ਕਿ ਉਦੋਂ ਪਹਿਲਾਂ ਕੋਈ ਐਕਸ਼ਨ ਕਰ ਦਈਏ। ਪਰ ਦਾਨੇਵਾਲੀਆ ਸਾਹਿਬ, ਮੈਂ ਪਰਸੋਂ ਵੀ ਆਪਾਂ ਗੱਲ ਕੀਤੀ ਸੀ, ਕੱਲ ਵੀ ਆਪਾਂ ਗੱਲ ਕੀਤੀ ਸੀ, ਜਗਮੀਤ ਸਿੰਘ ਬਰਾੜ ਵੀ ਜਿਹੜਾ ਹੌਸਲੇ ਦੇ ਵਿੱਚ ਆਏ, ਉਹਨੇ ਕਿਹਾ ਕੱਢਣਾ ਤਾਂ ਕੱਢ ਦੇਣ। ਉਹਦੇ ਮਗਰ ਮੇਰੇ ਖਿਆਲ ਮੁਤਾਬਕ ਆਪਾਂ ਉਸ ਵੇਲੇ ਗੱਲ ਕਰਦੇ ਸੀ ਕਿ ਜੋ ਕੱਲ ਦੇ ਉਹਦੇ ਤੇਵਰ ਹੈ ਮਨਪ੍ਰੀਤ ਸਿੰਘ ਯਾਲੀ ਦੇ, ਉਹ ਤੇਵਰ ਇਹ ਦਰਸਾਉਂਦੇ ਹੈ ਕਿ ਇਹ ਸਾਰਿਆਂ ਨੇ ਇਕੱਠੇ ਨਹੀਂ ਫੈਸਲਾ ਲਿਆ, ਇਕੱਠੇ ਨੇ ਹੱਥ ਤੇ ਹੱਥ ਰੱਖ ਕੇ ਹੱਥ ਰਿਹਾ ਵੀ ਇਕੱਲਾ ਇੱਕ ਨਹੀਂ, ਸਾਰੇ ਹੀ ਪਾਵਾਂਗੇ। ਤੇ ਹੁਣ ਸਾਰੇ ਪੈਣ ਵਾਲੇ ਇਸ ਵੇਲੇ ਬਹੁਤ ਗੰਭੀਰ ਸੰਕਟ ਦੇ ਵਿੱਚ ਅਕਾਲੀ ਦਲ ਫਸਿਆ ਹੋਇਆ। ਹੁਣ ਮੇਰਾ ਖਿਆਲ ਅੱਜ ਜਾਂ ਕੱਲ ਨੂੰ ਇਹਨਾਂ ਨੇ ਜਿਹੜੀ ਵਰਕਿੰਗ ਕਮੇਟੀ ਹੈ ਉਹਦੀ ਮੀਟਿੰਗ ਕਰਨੀ ਹੈ। ਵਰਕਿੰਗ ਕਮੇਟੀ ਦੀ ਮੀਟਿੰਗ, ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕੀ ਹੁੰਦਾ ਆਪਾਂ ਉਦੋਂ ਦੇਖਾਂਗੇ। ਪਰ ਬਿਰਸਾ ਸਾਹਿਬ ਜਿਹੜਾ ਮਜੀਠੀਆ ਬਾਹਰ ਆਇਆ ਜੀ, ਇਹਦਾ ਕੀ ਅਸਰ ਹੈ? ਦੇਖੋ ਗੱਲ ਇਹ ਵੀ ਮਜੀਠੀਆ ਬਾਹਰ ਆਇਆ, ਹਜੇ ਤੱਕ ਦੇਖੋ ਸੁਖਬੀਰ ਸਿੰਘ ਬਾਦਲ ਨਾਲ ਉਹਦੀ ਫੋਟੋ ਸਾਂਝੀ ਕੋਈ ਬਾਹਰ ਨਹੀਂ ਆਈ। ਸੁਖਬੀਰ ਸਿੰਘ ਬਾਦਲ ਕਿਤੇ ਹੋਰ ਮਿਲ ਰਿਹਾ, ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਨਹੀਂ ਆਇਆ ਇਸ ਚੀਜ਼ ਤੇ। ਲੱਡੂ ਜ਼ਰੂਰ ਵੰਡਦੇ ਨਹੀਂ, ਲੱਡੂ ਤਾਂ ਜੀ ਥੱਲੇ ਵਰਕਰ ਵੰਡੀ ਜਾਂਦੇ। ਇਹ ਕ੍ਰੈਡਿਟ ਜਾਂਦਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਹੈਗਾ ਉਹ ਅਸੈਸੀਬਲ ਹੈ ਆਮ ਲੋਕਾਂ ਨੂੰ, ਆਪਦੇ ਵਰਕਰਾਂ ਨੂੰ। ਮੈਂ ਪਰਸੋਂ ਵੀ ਗੱਲ ਕੀਤੀ ਸੀ, ਮੈਨੂੰ ਦੱਸਿਆ ਕਿਸੇ ਸੱਜਣ ਨੇ ਕਿ ਬਿਕਰਮ ਸਿੰਘ ਮਜੀਠੀਆ ਮਸਲਨ ਬਠਿੰਡੇ ਵੀ ਦੀ ਲੰਘ ਰਿਹਾ, ਤੇ ਬਠਿੰਡੇ ਦੇ ਵਿੱਚ ਉਹਦੇ ਜਿਹੜੇ 2-4 ਉਹਦੇ ਬੰਦੇ ਹੈਗੇ, ਉਹਨਾਂ ਨੂੰ ਟੈਲੀਫੋਨ ਕਰਨਾ ਵੀ ਹਾਂ ਭਾ ਤੁਹਾਡੇ ਇਲਾਕੇ ਵੀ ਦੀ ਲੰਘ ਰਿਹਾ। ਤੇ ਮੈਂ ਕਿਹਾ ਸਤਿ ਸ੍ਰੀ ਅਕਾਲ ਬੁਲਾ ਹੀ ਦੇਈਏ। ਤੇ ਜੇ ਦਾਨੇਵਾਲੀਆ ਨੇ ਕਹਿੰਦਾ ਆਜੋ ਚਾਹ ਦਾ ਕੱਪ ਪੀ ਲੈਣੇ। ਮਤਲਬ ਇਹ ਉਹਦੇ ਵਿੱਚ ਜਿਹੜੀ ਇਹ ਕੁਆਲਿਟੀ ਹੈਗੀ ਆ। ਔਰ ਉਹਦਾ ਕਿਉਂਕਿ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਵੀ ਰਿਹਾ, ਸ਼ਾਇਦ ਹੁਣ ਉਹ ਸਰਪ੍ਰਸਤ ਹੈ ਜੀ ਯੂਥ ਵਿੰਗ ਦਾ, ਕਰਕੇ ਵੀ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ, ਹੁਣ ਪੁਰਾਣੀ ਲੀਡਰਸ਼ਿਪ ਤਾਂ ਗਈ, ਜਿਹੜੀ ਲੀਡਰਸ਼ਿਪ ਇਸ ਵੇਲੇ ਅਮਰਜ ਹੋ ਰਹੀ ਹੈ ਉਹ ਯੂਥ ਵਿੰਗ ਚੋਂ ਆਈ ਵੀ ਹੈ। ਉਹ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਖੁਸ਼ੀ ਹੋਈ ਹੈ ਤੇ ਉਹਨਾਂ ਨੇ ਵੀ ਚਲੋ ਸਾਡਾ ਲੀਡਰ ਬਾਹਰ ਆਇਆ, ਉਹਨਾਂ ਨੇ ਆਪਦਾ ਇਹ ਲੱਡੂ ਵੰਡਣ ਵਾਲੀ ਗੱਲ ਕਰ ਲਈ। ਲੇਕਿਨ ਵੱਡੀ ਗੱਲ ਇਹ ਹੈ ਕਿ ਤਸਵੀਰ ਤੁਹਾਡੇ ਵਾਲੀ ਗੱਲ ਹੈ, ਮੱਥਾ ਮੇਰਾ ਵੀ ਠਣਕਦਾ ਕਿ ਦੋਨਾਂ ਦੀ ਤਸਵੀਰ ਨਹੀਂ ਇਕੱਠੀ ਹੈ। ਇੱਕ ਹੋਰ ਪਤਾ ਲੱਗਿਆ ਕਿ ਇੱਕ ਤਸਵੀਰ ਉਹਨੇ ਸਾਂਝੀ ਕੀਤੀ ਹੈ ਜੀ,
ਇੱਕ ਜਿਹੜੇ ਹੈਗੇ ਆ ਉਹ ਰਿਫਾਰਮਸ ਵਾਲੇ, ਹਾਂਜੀ, ਜਿਨ੍ਹਾਂ ਨੇ ਰਿਫਾਰਮਸ, ਜਿਹੜੇ ਗਵਰਨਮੈਂਟ ਰਿਫਾਰਮਸ ਕੀਤੇ ਸੀਗੇ, ਪ੍ਰਮੋਦ ਕੁਮਾਰ ਹੈ ਮੇਰੇ ਖਿਆਲ ਉਹਨਾਂ ਦਾ ਨਾਂ, ਸ਼ਾਇਦ ਆਈ ਹੈ, ਚੰਡੀਗੜ੍ਹ ਵਾਲੇ। ਹਾਂ ਉਹ ਆਈ, ਪਤਾ ਨਹੀਂ ਉਹਨੇ ਕਿਹੜੀ ਆਰਗੇਨਾਈਜੇਸ਼ਨ ਦੀ ਬਣਾਈ ਹੈ ਉਹਦੇ ਵਾਲੇ। ਉਹਨਾਂ ਨਾਲ ਉਹਨਾਂ ਦੀ ਇੱਕ ਫੋਟੋ ਆਈ, ਉਹਨੂੰ ਆਪ ਮਿਲ ਗਿਆ ਬਿਕਰਮ ਸਿੰਘ ਮਜੀਠੀਆ। ਉਹ ਸਟ੍ਰੈਟੇਜਿਸਟ ਵੀ ਹੈ ਜੀ, ਉਹ ਐਨਾਲਿਸਿਸ ਵੀ ਕਰਦਾ। ਉਹ ਹੁਣ ਉਹਦੇ ਕੋਲੇ ਗਏ, ਉਹਦੇ ਨਾਲ ਉਹਨੇ ਕੀ ਗੱਲਾਂ ਬਾਤਾਂ ਕੀਤੀਆਂ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ। ਪਰ ਇੱਕ ਇਹ ਗੱਲ ਦੇਖੋ ਤੁਸੀਂ ਕਿ ਚੰਡੀਗੜ੍ਹ 'ਚ ਬਿਕਰਮ ਸਿੰਘ ਮਜੀਠੀਆ ਸੀ ਜੀ, ਚੰਡੀਗੜ੍ਹ ਦੇ ਵਿੱਚ ਹੀ ਸੁਖਬੀਰ ਸਿੰਘ ਬਾਦਲ ਹੈ। ਕਿਤੇ ਕੋਈ ਮਾੜੀ ਮੋਟੀ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ IT ਸੈੱਲ ਵੀ ਹੈਗਾ ਇਹਨਾਂ ਦਾ ਬੜਾ ਸਰਗਰਮ ਹੈ, ਤਕੜਾ, ਉਹੀ ਫੋਟੋਆਂ ਪਾ ਦਿੰਦਾ ਚੱਕ ਕੇ। ਤੇ ਜੇ ਪ੍ਰਮੋਦ ਕੁਮਾਰ ਨਾਲ ਫੋਟੋ ਪੈਂਦੀ ਹੈ ਬਿਕਰਮ ਸਿੰਘ ਮਜੀਠੀਆ ਦੀ, ਜੇ ਸੁਖਬੀਰ ਸਿੰਘ ਬਾਦਲ ਮਿਲਿਆ ਹੁੰਦਾ ਤਾਂ ਫੋਟੋ ਉਹਦੇ ਨਾਲ ਵੀ ਪੈਂਦੀ। ਜੇ ਉਹ ਫੋਟੋ ਨਹੀਂ ਪਈ ਤਾਂ ਕਾਰਨ ਤਾਂ ਕੋਈ ਹੈਗਾ, ਕਾਰਨ ਤਾਂ ਕੋਈ ਹੈਗਾ। ਕਿੱਧਰ ਨੂੰ ਹੈ? ਅਗਲੀ ਗੱਲ ਕੀ ਹੈ ਕਿ ਜੇ ਆਪਾਂ ਇਹਨਾਂ ਬੰਦਿਆਂ ਨੂੰ ਦੇਖੀਏ, ਜਿਵੇਂ ਐਲੀ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਵੀ ਬਿਕਰਮ ਸਿੰਘ ਕਹਿੰਦਾ ਸੁਨੇਹਾ ਆਇਆ ਤਾਂ ਜਾਵਾਂਗੇ। ਐਲੀ ਨਾਲ ਵੀ ਉਹਦੇ ਤਾਲੁਕਾਤ ਠੀਕ ਹੈ। ਔਰ ਜਗਮੀਤ ਸਿੰਘ ਬਰਾੜ ਦੀ ਤਾਂ ਜਿਹੜੀ ਇੰਟਰੀ ਅਕਾਲੀ ਦਲ ਚ ਮੁੜ ਕੇ ਹੋਈ ਹੈ ਜੀ, ਉਹ ਮੇਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ, ਜਿੰਨਾ ਮੈਨੂੰ ਪਤਾ ਹੈ, ਉਹ ਇੰਟਰੀ ਤਾਂ ਐਕਚੁਅਲੀ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਬਦੌਲਤ ਹੀ ਹੋਈ ਹੈ ਜੀ। ਜਿਹੜੀ ਕੋਟਕਪੂਰੇ ਵਾਲੀ ਮੋੜਾਂ ਵਾਲੀ ਜਿਹੜੀ ਇਲੈਕਸ਼ਨ ਸੀ, ਇੱਥੇ ਜੇ ਟਿਕਟ ਮਿਲੀ ਹੈ ਜਗਮੀਤ ਸਿੰਘ ਬਰਾੜ ਨੂੰ ਜੀ, ਇਹ ਵੀ ਤਾਂ ਚਰਚਾ ਉਸ ਵੇਲੇ ਚੱਲਦੀ ਸੀ ਕਿ ਸੁਖਬੀਰ ਬਾਦਲ ਸ਼ਾਇਦ ਮਾੜਾ ਮੋਟਾ ਟਿਕਟ ਤਬਦੀਲ ਕਰਨ ਬਾਰੇ ਸੋਚਣ ਵੀ ਲੱਗ ਗਿਆ ਸੀ। ਤੇ ਉਦੋਂ ਕਹਿੰਦੇ ਵੀ ਹਰਸਿਮਰਤ ਕੌਰ ਬਾਦਲ ਨੇ ਇਸ ਗੱਲ ਤੇ ਪ੍ਰੈਸ਼ਰ ਬਿਲਡ ਕੀਤਾ ਸੀ ਵੀ ਨਹੀਂ ਜੀ, ਟਿਕਟ ਤਾਂ ਜਗਮੀਤ ਸਿੰਘ ਬਰਾੜ ਨੂੰ ਦੇਣੀ ਹੈ ਤੇ ਮੋੜਾ ਤੋਂ ਚੋਣ ਲੜੂਗਾ ਹੀ ਇਹ। ਇਹਦੇ ਤੋਂ ਹੁਣ ਲੱਗਦੀ ਪਤਾ ਨਹੀਂ ਕਿੱਥੇ ਕਿਹਦੀਆਂ ਕੀ ਹੋਣਾ, ਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ। ਪਰ ਜੇ ਆਪਾਂ ਗੱਲ ਕਰ ਰਹੇ ਹਾਂ ਤੇ ਲੋਕ ਹੋਰ ਗੱਲਾਂ ਕਰਦੇ ਆ, ਤਸਵੀਰਾਂ ਨਹੀਂ ਆ ਰਹੀਆਂ, ਤੇ ਇਹਦਾ ਮਤਲਬ ਮਾਮਲਾ ਤਾਂ ਕੁਛ ਹੈਗਾ ਜੀ। ਸੋ ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਤੁਸੀਂ ਗੁਰਵਿੰਦਰ ਸਿੰਘ ਢਾਲੀਵਾਲ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੇ ਵੀ ਅਕਾਊਂਟਸ, ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ ਤੇ ਪੇਰੋਲ ਐਂਡ ਪੇਰੋਲ ਟੈਕਸਿਸ ਦੀਆਂ ਤੁਸੀਂ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 253-520-8886 ਤੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। ਬੇਝਿਜਕ ਹੋ ਕੇ ਤੁਸੀਂ ਪੰਜਾਬੀ 'ਚ ਗੱਲ ਕਰਨਾ ਜੀ। 24915 104 ਐਵੀਨਿਊ, ਕੈਂਟ, ਵਾਸ਼ਿੰਗਟਨ। ਪੰਜਾਬੀ ਖਾਣਾ ਭਾਵੇਂ ਤੁਸੀਂ ਘਰੇ ਮੰਗਾਉਣਾ ਤੇ ਭਾਵੇਂ ਡਾਈਨ ਇਨ ਕਰਨਾ, ਜਾਂ ਫਿਰ ਵਿਆਹ ਸ਼ਾਦੀ ਜਾਂ ਕਿਸੇ ਵੀ ਫੰਕਸ਼ਨ ਦੇ ਉੱਤੇ ਕੈਟਰਿੰਗ ਕਰਾਉਣੀ ਹੈ ਤਾਂ ਫਿਰ ਇੱਕ ਨਾ ਯਾਦ ਰੱਖੋ, ਮੱਖਣ ਨਾਗਰਾ ਦਾ। ਇਹਨਾਂ ਨੇ ਆਪਣਾ ਹੁਣ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ ਜੀ 23609 104 ਐਵੀਨਿਊ, ਕੈਂਟ ਤੇ ਦੂਜਾ ਇਹਨਾਂ ਦਾ ਡਾਊਨਟਾਊਨ 'ਚ ਹੈ ਜੀ 1520 ਬਰਾਡਵੇ, ਸਿਐਟਲ 'ਚ। ਫੋਨ ਨੰਬਰ 2063531699 ਤੇ ਕਾਲ ਕਰ ਲਓ। ਦੂਜਾ ਨੰਬਰ ਹੈ 2532467296। ਸਾਰੀਆਂ ਜਿਹੜੀਆਂ ਉਬਰ ਈਟ, ਡੋਰ ਡੈਸ਼ ਤੇ ਇਹੋ ਜਿਹੀਆਂ ਸਾਰੀਆਂ ਔਨਲਾਈਨ ਸਾਰੀਆਂ ਡਿਲੀਵਰੀ ਐਪਸ ਦੇ ਉੱਤੇ ਅਵੇਲੇਬਲ ਨੇ। ਤੇ ਢਿੱਲੋਂ ਸਾਹਿਬ ਹੁਣ ਕਹਿੰਦੇ ਸੀ, ਮੈਂ ਅੱਜ ਬਿਆਨ ਸੁਣ ਰਿਹਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਦਾ, ਉਹ RTI ਦੀ ਜਿਹਦੀ ਆਪਾਂ ਕੱਲ੍ਹ ਗੱਲ ਕੀਤੀ ਸੀ। ਉਹ ਕਹਿੰਦੇ ਨਹੀਂ, ਕੋਈ ਗੱਲਾਂ ਹੁੰਦੀਆਂ ਜਿਹੜੀਆਂ ਐਡਮਿਨਿਸਟ੍ਰੇਟਰ ਤੇ ਬਾਅਦ 'ਚ ਸਾਨੂੰ ਪਤਾ ਲੱਗਦੀਆਂ, ਉਦੋਂ ਨਹੀਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ, ਮੈਨੂੰ ਵੀ ਨਹੀਂ ਦਿੰਦੇ। ਬੜੀ ਸਾਦਗੀ ਦੀ ਗੱਲ ਕਰਦੇ ਸੀ। ਪਹਿਲਾਂ ਤਾਂ ਇਹ ਕਹਿੰਦੇ ਸੀ ਗਧੀ ਰੇੜੀ ਬਣਾਈ ਬੈਠੇ ਹੈ, ਜਿਹੜੀ ਹੈ ਗੁਪਤ ਭੇਦਾਂ ਦੀ ਸਹੁੰ ਨਹੀਂ ਚੁੱਕਣੀ ਚਾਹੀਦੀ ਹੈ, ਗੁਲਾਮੀ ਦਾ ਇੱਕ ਆਪਣਾ ਕੀ ਕਹਿੰਦੇ ਪ੍ਰਤੀਕ ਹੈ, ਤੇ ਅਸੀਂ ਬਿਲਕੁਲ ਆਮ ਬਣ ਕੇ ਰਵਾਂਗੇ। ਪਰ ਆਮ ਵਾਲੇ ਤਾਂ ਆਮ ਜਿਹੜੇ ਵੀ ਕਾਮ ਹੁੰਦੇ ਉਹ ਬਹੁਤ ਤਕੜੇ ਆਮ ਅੰਬ ਮਹਿੰਗੇ ਉਹ ਬਣੇ ਬੈਠੇ ਹੈ। ਕਹਿੰਦੇ ਗੱਡੀ ਲੈ ਲਈ, ਮਨਮਰਜ਼ੀ ਦਾ ਜੀ ਕੀਤਾ ਪਰ ਨੰਬਰ ਕਢਾ ਕੇ ਲਾ ਲਿਆ, ਤੇ ਮਹਿਕਮੇ ਵਾਲੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ। ਜਿੱਥੋਂ ਤੱਕ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ RTI ਦੇ ਵਿੱਚ ਇਨਫੋਰਮੇਸ਼ਨ ਨਾ ਦੇਣ ਬਾਰੇ, ਜਿਹੜਾ ਉਹਨਾਂ ਦੇ ਹੈਲੀਕਾਪਟਰ ਬਾਰੇ ਜਾਂ ਉਹਨਾਂ ਦੇ ਹਵਾਈ ਸਫ਼ਰ ਬਾਰੇ ਮਾਨਕ ਗੋਇਲ ਨੇ ਮੰਗੀ ਸੀ, ਉਹਦੇ ਸੰਬੰਧ ਦੇ ਵਿੱਚ ਕੱਲ੍ਹ ਕਿਤੇ ਅਚਨਚੇਤ ਪਤਾ ਨਹੀਂ ਪੱਤਰਕਾਰਾਂ ਨਾਲ ਕਿਵੇਂ ਵਾਹ-ਵਾਸਤਾ ਪੈ ਗਿਆ ਜੀ, ਤੇ ਪੱਤਰਕਾਰਾਂ ਨੇ ਸਵਾਲ ਵੀ ਪੁੱਛ ਲਿਆ ਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਕਹਿਤਾ ਵੀ ਨਹੀਂ ਜੀ, ਇਹ ਤਾਂ ਐਸਾ ਜੀ ਐਸ ਹੈ। ਮੈਂ ਇੱਥੇ ਤੁਹਾਡੇ ਨਾਲ ਸਭ ਇੱਕ ਗੱਲ ਸਾਡੇ ਜਿਹੜੇ ਹੈਗੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੂੰਗਾ ਜੀ। ਇਹ RTI ਐਕਟ ਹੈ ਕੀ? ਰਾਈਟ ਟੂ ਇਨਫੋਰਮੇਸ਼ਨ ਜਿਹੜਾ ਐਕਟ ਹੈ, ਕਾਨੂੰਨ ਹੈ, ਇਹ ਬਣਿਆ ਕਿਉਂ? ਕਿਉਂਕਿ ਪਹਿਲਾਂ ਇਹ ਸਵਾਲ ਆਪਾਂ ਪਾਰਲੀਮੈਂਟ ਦੇ ਵਿੱਚ ਪੁੱਛੇ ਜਾਂਦੇ ਸੀ, ਉਦੋਂ ਪੈਸੇ ਲੈ ਕੇ ਸਵਾਲ ਪੁੱਛਣ ਦਾ ਸਕੈਂਡਲ ਵੀ ਸਾਹਮਣੇ ਆਇਆ ਸੀ।
ਉਸ ਵੇਲੇ ਤੁਹਾਡੇ ਯਾਦ ਹੋਣਾ ਕਿ ਜਦੋਂ ਕਿਸੇ ਨੇ ਕੋਈ ਚੀਜ਼ ਹਾਸਲ ਕਰਨੀ ਹੈ ਜੀ ਉਹ ਦੋ ਅਦਾਰਿਆਂ ਦੇ ਰਾਹੀਂ ਇਹ ਚੀਜ਼ ਹਾਸਲ ਕਰ ਸਕਦਾ ਸੀ। ਜਾਂ ਤਾਂ ਰਾਜ ਦੀ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਤੇ ਪਾਰਲੀਮੈਂਟ ਦੇ ਲੋਕ ਸਭਾ ਜਾਂ ਰਾਜ ਸਭਾ, ਉਹ ਦੋਨੋਂ ਸਦਨ ਹੈ। ਉੱਥੇ ਸਵਾਲ ਜਿਹੜਾ ਦਾਇਰ ਕੀਤਾ ਜਾਂਦਾ ਸੀ ਤੇ ਉਸ ਸਵਾਲ ਦਾ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਸੀ। ਤੇ ਜਦੋਂ ਜਵਾਬ ਆ ਜਾਂਦਾ ਸੀ ਤੇ ਉਸ ਜਵਾਬ ਦੇ ਉੱਤੇ ਫਿਰ ਇਨਕੁਆਇਰੀਆਂ ਵੀ ਨਾਲ ਦੀ ਨਾਲ ਸ਼ੁਰੂ ਹੋ ਜਾਂਦੀਆਂ ਸੀ ਜੀ। ਆਮ ਤੌਰ ਦੇ ਉੱਤੇ ਜਿਹੜੇ ਗਰੀਬ ਗੁਰਬੇ ਆ ਉਹਨਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਆ ਪਾਰਲੀਮੈਂਟ ਦੇ ਮੈਂਬਰ, ਅਸੈਂਬਲੀਆਂ ਦੇ ਮੈਂਬਰ, ਉਹਨਾਂ ਤੱਕ ਉਹ ਨਹੀਂ ਜਾ ਸਕਦੇ ਜੀ ਜੀ ਬਿਲਕੁਲ। ਲੇਕਿਨ ਪੈਸੇ ਵਾਲੇ ਬੰਦੇ ਜਾਂ ਜਿਹੜੇ ਆਰਗੇਨਾਈਜੇਸ਼ਨਸ ਦੇ ਨਾਲ ਜੁੜੇ ਹੋਏ ਆ, ਜਿਵੇਂ ਖੱਬੇ ਪੱਖੀ ਲੋਕ ਹੈ, ਉਹਨਾਂ ਦੀਆਂ ਟ੍ਰੇਡ ਯੂਨੀਅਨਾਂ ਬਣੀਆਂ ਹੋਈਆਂ, ਜੇ ਉਹਨਾਂ ਦਾ ਕੋਈ ਮਾਮਲਾ ਆਉਂਦਾ ਤਾਂ ਉਹ ਆਪਣੀ ਪਾਰਟੀ ਵਾਲਿਆਂ ਨੂੰ ਕਹਿੰਦੇ, ਆਪਦੀਆਂ ਟ੍ਰੇਡ ਯੂਨੀਅਨ ਵਾਲਿਆਂ ਨੂੰ ਕਹਿੰਦੇ ਜੀ ਆਹ ਕਰਾਓ ਤੇ ਉਹ ਪਾਰਟੀ ਹੁਕਮ ਦਿੰਦੀ ਹੈ ਤੇ ਉੱਥੇ ਪਾਰਲੀਮੈਂਟ ਦੇ ਮੈਂਬਰ ਸਵਾਲ ਪੁੱਛ ਲੈਂਦੇ ਆ। ਲੇਕਿਨ ਦੂਜੇ ਪਾਸੇ ਜੇ ਦੇਖਿਆ ਆਪਾਂ ਇੰਡਸਟਰੀ ਲੋਬੀ, ਇਹਨਾਂ ਨੇ ਇੰਡਸਟਰੀ ਲੋਬੀ ਜਾਂ ਕਾਰਪੋਰੇਟ ਲੋਬੀ ਹੈ ਜਿਹੜੀ ਜੀ, ਪਹਿਲੀ ਗੱਲ ਤਾਂ ਜੀ ਇਹਨਾਂ ਨੇ ਆਪਣੇ ਐਮਪੀ ਆਪ ਬਣਾਏ ਹੁੰਦੇ। ਜੇ ਵਿੱਚ ਵਿਚਾਲੇ ਕਿਸੇ ਨੂੰ ਲੋੜ ਪੈ ਵੀ ਜਾਵੇ ਤਾਂ ਫਿਰ ਉਹ ਸਵਾਲ ਪੁੱਛਵਾਉਂਦਾ ਹੈ ਜੀ। ਇਹ ਜਿਹੜੀ ਸਵਾਲ ਪੁੱਛਣ ਵਾਲੀ ਗੱਲ ਹੈ, ਮੈਂ ਦੱਸਾਂ ਕਿ ਉਸ ਵੇਲੇ UPA 1 ਦੀ ਸਰਕਾਰ ਹੁੰਦੀ ਸੀ ਜੀ, ਔਰ ਜਿਹੜੇ ਸੋਮਨਾਥ ਚੈਟਰਜੀ ਹੁੰਦੇ ਸੀਗੇ ਲੋਕ ਸਭਾ ਦੇ ਸਪੀਕਰ ਜੀ। ਉਦੋਂ ਇਹ ਗੱਲ ਆ ਗਈ ਸੀ ਕਿ ਕੁਝ ਲੋਕਾਂ ਨੇ ਪੈਸੇ ਲੈ ਕੇ ਇੱਕ ਵੱਡੇ ਘਰਾਣੇ ਤੋਂ ਸਵਾਲ ਪੁੱਛੇ ਸੀ। ਅੱਛਾ ਜੀ। ਤੇ ਜਦੋਂ ਇਹ ਮਾਮਲਾ ਬੇਨਕਾਬ ਹੋ ਗਿਆ ਸੀ ਤਾਂ ਉਸ ਵੇਲੇ ਉਹਨਾਂ ਪਾਰਲੀਮੈਂਟ ਦੇ ਮੈਂਬਰਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਸੀ ਜੀ। ਉਹਨਾਂ ਦੀ ਮੈਂਬਰੀ ਖਤਮ ਕਰਤੀ ਸੀ। ਤੇ ਦਾਨੇਵਾਲੀਆ ਸਾਹਿਬ ਉਹ ਫਿਰ ਲੋਕ ਚਲੇ ਗਏ ਸੀ ਅਦਾਲਤ 'ਚ ਜੀ ਕਿ ਜੀ ਸਾਨੂੰ ਡਿਸਕੁਆਲੀਫਾਈ ਗਲਤ ਕੀਤਾ ਹੈ। ਅਦਾਲਤ ਨੇ ਸੰਮਨ ਕੱਟਤੇ ਸੀ ਸਪੀਕਰ ਲੋਕ ਸਭਾ ਦੇ। ਅੱਛਾ ਜੀ, ਵੀ ਆ ਜਾ ਭਾਈ, ਆ ਜਾ ਤੇ ਆ ਕੇ ਗੱਲ ਕਰ। ਪਰ ਉਹ ਸਪੀਕਰ ਲੋਕ ਸਭਾ ਦੇ, ਉਹ ਸਪੀਕਰ ਸੀ, ਉਹ ਮਰਦ ਬੰਦੇ ਸੀ ਜਿਨ੍ਹਾਂ ਨੂੰ ਸਿਸਟਮ ਦਾ ਪਤਾ ਸੀ, ਕਿਉਂਕਿ ਸੋਮਨਾਥ ਚੈਟਰਜੀ ਦੀ ਬਹੁਤ ਜਿਹੜੀ ਤਕੜੀ ਸਟੈਂਡਿੰਗ ਸੀਗੀ ਪਾਰਲੀਮੈਂਟ ਦੇ ਵਿੱਚ, ਬੜਾ ਲੰਬਾ ਸਮਾਂ ਪਾਰਲੀਮੈਂਟ ਦੇ ਵਿੱਚ ਰਿਹਾ ਜੀ ਜੀ। ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜੀ ਪਾਰਲੀਮੈਂਟ ਹੈ ਇਹ ਇੱਕ ਖੁਦ ਮੁਖਤਿਆਰ ਸੰਸਥਾ ਹੈ ਜੀ ਜੀ, ਇਹਦਾ ਕਾਰੋਬਾਰ ਆਪਣਾ, ਇਹ ਅਦਾਲਤਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੀਆਂ। ਤੇ ਉਹਨੇ ਸੰਮਨ ਫੜ ਕੇ ਨਾ ਤੇ ਉਹਨਾਂ ਨੂੰ ਐ ਪਾੜ ਕੇ ਪਾਸੇ ਭਗਾ ਕੇ ਮਾਰਿਆ ਤੇ ਨਾਲ ਸੰਮਨ ਵਾਲੇ ਨੂੰ ਕਹਿਤਾ ਕਿ ਆਪਣੇ ਜੱਜ ਸਾਹਿਬਾਨ ਨੂੰ ਸਮਝਾ ਦੀ, ਦੱਸਦੀ ਕਿਤੇ ਇਹ ਨਾ ਹੋਵੇ ਕਿ ਮੈਂ ਵੀ ਉਹਨਾਂ ਨੂੰ ਸੰਮਨ ਕਰ ਲਾਂ। ਪਾਰਲੀਮੈਂਟ ਵੀ ਸੰਮਨ ਕਰ ਸਕਦੀ ਹੈ ਤੇ ਪਾਰਲੀਮੈਂਟ ਪੁਨਿਸ਼ ਵੀ ਕਰ ਸਕਦੀ ਹੈ। ਇਹ ਮਾਮਲਾ ਸੀ ਉਦੋਂ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਇਹ ਲੋੜ ਮਹਿਸੂਸ ਹੋਈ ਜੀ ਕਿ ਇੱਕ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਜਿਹੜਾ ਆਮ ਆਦਮੀ ਵੀ ਜਾਣਕਾਰੀ ਹਾਸਲ ਕਰ ਲਵੇ। ਇਹ ਫਿਰ ਹੈ ਜੀ ਬਣਿਆ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ। ਇੱਕ ਦੂਜਾ ਸੀ ਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਮਜ਼ਦੂਰ ਹੈ ਜੀ, ਉਹਨਾਂ ਨੂੰ ਕੰਮ ਨਹੀਂ ਮਿਲਦਾ। ਹਾਂ ਜੀ, ਉਹਨਾਂ ਨੂੰ ਕੰਮ ਦੇਣ ਵਾਸਤੇ ਨਰੇਗਾ ਨਾਂ ਦੀ ਜਿਹੜੀ ਇੱਕ ਨਵੀਂ ਯੋਜਨਾ ਸੀ, ਇੱਕ ਉਹ ਨਰੇਗਾ ਵਾਲਾ ਐਕਟ ਸੀ, ਦੋ ਐਕਟ ਰੋਜ਼ਗਾਰ। ਹਾਂ, ਇਹ ਜਿਹੜੇ ਦੋਨੇ ਐਕਟ ਸੀ, ਇਹ ਐਕਟ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਖੱਬੀਆਂ ਤਰ੍ਹਾਂ ਸੀ ਜੀ, ਉਹਨਾਂ ਦਿਨਾਂ ਦੇ ਵਿੱਚ ਮੈਂਬਰ 60 ਦੇ ਕਰੀਬ ਸੀ ਪਾਰਲੀਮੈਂਟ ਦੇ ਮੈਂਬਰ। ਅੱਛਾ ਜੀ। ਅੱਜ ਤੱਕ ਖੱਬੀਆਂ ਤਰ੍ਹਾਂ ਦਾ ਮੇਰਾ ਖਿਆਲ ਵੀ ਕਾਨੂੰਨ ਵੀ ਹੈ ਨਹੀਂ, ਨਾ ਹੋਊਗਾ, ਕੋਈ ਇੱਕ ਦੋ ਹੋਣਗੇ, ਇੰਨਾ ਕਿ ਇਦੋਂ ਵੱਧ ਨਹੀਂ ਹੈ। ਉਦੋਂ ਉਹਨਾਂ ਦੇ 60 ਮੈਂਬਰ ਸੀ ਤੇ ਉਹਨਾਂ ਦੇ ਸਿਰ ਦੇ ਉੱਤੇ ਉਹ ਸਰਕਾਰ ਖੜੀ ਸੀ, UPA 1 ਦੀ ਸਰਕਾਰ ਜੀ। ਉਹਨਾਂ ਨੇ ਪ੍ਰੈਸ਼ਰ ਬਿਲਡ ਕੀਤਾ ਕਿ ਹਰ ਬੰਦੇ ਨੂੰ, ਹਰ ਨਾਗਰਿਕ ਨੂੰ ਇਹ ਜਾਣਕਾਰੀ ਹਾਸਲ ਹੋਣੀ ਚਾਹੀਦੀ ਹੈ, ਤੇ ਕਾਨੂੰਨ ਬਣਾ ਦਿਓ ਜੀ। ਇਹ ਕਾਨੂੰਨ ਬਣਾਤਾ। ਉਸ ਕਾਨੂੰਨ ਦੇ ਤਹਿਤ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਲੜਾਈ ਲੜਦੇ ਤੇ ਉਹ ਆਪਣਾ ਫਤਿਹ ਹਾਸਲ ਕਰਦੇ ਜੀ। ਅਰੇ ਇਹੀ ਜਿਹੜੀ ਹੈਗੀ ਹੈ, ਮਾਨਕ ਗੋਇਲ ਨੇ ਇਨਫੋਰਮੇਸ਼ਨ ਮੰਗੀ ਸੀ ਕਿ ਇਨਫੋਰਮੇਸ਼ਨ ਦੇ ਦਿੱਤੇ, ਉਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ। ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਮਹਿਕਮੇ ਨੇ ਜਵਾਬ ਦਿੱਤਾ ਇਨਫੋਰਮੇਸ਼ਨ ਉਹਨੂੰ ਨਾ ਮਿਲੂਗੀ। ਇਹ ਤੋਂ ਬਾਅਦ ਜਿਹੜੀ ਹੈਗੀ ਹੈ ਫਸਟ ਅਪੀਲ ਜਿਹੜੀ ਹੈਗੀ ਉਹ ਪਾਉਣੀ ਪੈਣੀ ਉੱਪਰਲੇ ਅਧਿਕਾਰੀ ਦੇ। ਸੈਕੰਡ ਅਪੀਲ ਜਿਹੜੀ ਹੈ ਉਹਦੀ ਜਾਊਗੀ ਸੂਚਨਾ ਕਮਿਸ਼ਨ ਕੋਲੇ ਜੀ, ਇਨਫੋਰਮੇਸ਼ਨ ਕਮਿਸ਼ਨ ਦੇ ਜਾਊਗਾ। ਉਹ ਜਿਹੜੀ ਸੈਕਟਰ 16 ਦੇ ਵਿੱਚ ਰੈੱਡ ਕਰਾਸ ਭਵਨ ਆ, ਉੱਥੇ ਉਹਨਾਂ ਦਾ ਦਫ਼ਤਰ ਹੈ ਜੀ। ਔਰ ਇਸ ਵੇਲੇ ਜਿਹੜੇ ਚੀਫ ਆਪਣੇ ਹੈਗੇ ਤੁਹਾਡੇ ਇਨਫੋਰਮੇਸ਼ਨ ਆਫੀਸਰ, ਉਹ ਮਿਸਟਰ ਸੁਰੇਸ਼ ਅਰੋੜਾ ਜਿਹੜੇ ਪੰਜਾਬ ਪੁਲਿਸ ਦੇ DGP ਸੀ ਜੀ। ਠੀਕ ਹੈ, ਉਹ ਕਿਹਦੇ ਲੱਗਦੀ ਹੈ। ਜੇ ਉੱਥੋਂ ਵੀ ਉਹਨਾਂ ਨੂੰ ਕੋਈ ਮਤਲਬ ਜਿਹੜੀ ਹੈ ਇਨਸਾਫ ਨਹੀਂ ਮਿਲਦਾ, ਉੱਥੋਂ ਉਹਨਾਂ ਨੂੰ ਰਿਲੀਫ ਨਹੀਂ ਮਿਲਦੀ, ਫਿਰ ਉਹ ਹਾਈ ਕੋਰਟ ਜਾ ਸਕਦੇ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵੀ ਜਾ ਸਕਦੇ। ਇਹ ਨਹੀਂ ਕਿ ਇਨਫੋਰਮੇਸ਼ਨ ਲੁਕੋ ਲੈਣਗੇ, ਇਨਫੋਰਮੇਸ਼ਨ ਤਾਂ ਦੇਣੀ ਪੈਣੀ ਹੈ ਜੀ। ਇਹ ਤਾਂ ਸੀ ਉਹਦੇ ਨਾਲ ਗੱਲ, ਕਿਉਂਕਿ ਇਹ ਆਮ ਆਦਮੀ ਵਾਲੀ ਗੱਲ ਸੀ। ਹੁਣ ਆ ਗਈ ਗੱਲ ਆਪਣੀ ਜਿਹੜੀ ਇਹਨਾਂ ਨੇ ਕੀਤੀ ਹੈ MLA ਸਾਹਿਬ ਜਿਹੜੇ ਹੈਗੇ ਜੀ, MLA ਸਾਹਿਬ ਹੈਗੇ ਆ ਬਾਬਾ ਬਕਾਲਾ ਤੋਂ ਜੀ। ਨਾਂ ਇਹਨਾਂ ਦਾ ਦਲਵੀਰ ਸਿੰਘ ਟੌਂਗ ਹੈ। ਅੱਛਾ ਜੀ। ਇਹਨਾਂ ਨੇ ਨਵੀਂ ਗੱਡੀ ਲੈ ਲਈ ਜੀ, ਫਾਰਚੂਨਰ। ਅੱਛਾ ਜੀ। ਫਾਰਚੂਨਰ ਗੱਡੀ ਨਵੀਂ ਲੈ ਲਈ ਤੇ ਨਵੀਂ ਗੱਡੀ ਦੇ ਉੱਤੇ ਇਹਨਾਂ ਨੇ ਜਿਹੜਾ ਨੰਬਰ ਲਾਇਆ ਹੋਇਆ ਹੈ, ਨੰਬਰ ਪਲੇਟ ਲੱਗੀ ਹੈ PB02 ਜੀ EH। ਅੱਛਾ ਜੀ। 0039। ਅੱਛਾ ਜੀ। ਮਨ ਮਰਜ਼ੀ ਦਾ ਸ਼ੌਂਕ ਹੈ। PB02 EH 0039 ਨੰਬਰ ਲਾ ਲਿਆ। ਹਾਂ, ਇਹ ਨੰਬਰ ਲਾ ਕੇ ਤੁਰੇ ਫਿਰਦੇ ਹੈ। ਅੱਛਾ ਜੀ। ਅੱਜ ਕੱਲ੍ਹ ਦੇ ਤੁਹਾਨੂੰ ਪਤਾ ਵੀ ਜਰਨਲਿਸਟ ਜਿਹੜੇ ਬੜੇ ਛੁੜੀਆਂ ਰਗੇ ਹੈ,
ਕਈ ਵਾਰੀ ਤਾਂ ਇਲਜ਼ਾਮ ਇਹ ਲੱਗ ਜਾਂਦਾ ਨਾ ਪੱਤਰਕਾਰ ਵੀ ਇਹ ਤਾਂ ਜੀ ਗੋਦੀ ਮੀਡੀਆ ਹੋ ਗਿਆ, ਲੇਕਿਨ ਗੋਦੀ ਮੀਡੀਆ ਦੇ ਬਾਵਜੂਦ ਵੀ ਕੋਈ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਹੈਗੇ ਤਾਂ ਹੀ ਤਾਂ ਤੁਰੇ ਆਉਂਦਾ ਉਹ ਤੁਰਿਆ ਉਹਦਾ ਕੰਮ ਹੋ ਜੇ। ਉਹ ਪੱਤਰਕਾਰ ਨੇ ਤਸਵੀਰ ਲੈ ਲਈ, ਤਸਵੀਰ ਲੈ ਕੇ ਤੇ ਸਾਧਨ ਅੱਜ ਕੱਲ੍ਹ ਸਾਰੇ ਬਣੇ ਵੇ ਜੀ। ਉਹਨਾਂ ਨੇ ਫਿਰ ਵੈਬਸਾਈਟ ਦੇਖੀ, ਇੱਕ ਕੰਸਲਟ ਕੀਤੀ। ਵਾਹਨ ਨਹੀਂ ਜੀ, ਵੈਬਸਾਈਟ ਵਾਹਨ ਨਹੀਂ, ਇਹ ਵੈਬਸਾਈਟ ਹੈਗੀ ਹੈ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼। ਅੱਛਾ ਜੀ, ਭਾਰਤ ਸਰਕਾਰ ਦੀ ਵੈਬਸਾਈਟ ਹੈ। ਇਹਦੇ ਮੁਤਾਬਕ ਜਦੋਂ ਉਹਨਾਂ ਨੇ ਦੇਖਿਆ ਜੀ ਇਹ ਨੰਬਰ, ਉਹ ਕਹਿੰਦੇ ਜੀ ਤਾਂ ਨੰਬਰ ਕਿਸੇ ਨੂੰ ਅਲਾਟ ਹੀ ਨਹੀਂ ਹੋਇਆ। ਗੱਲ ਇੱਥੇ ਨਹੀਂ ਖੜੀ, ਪੱਤਰਕਾਰ ਫਿਰ ਚਲੇ ਗਏ ਜੀ ਆਰਟੀਏ ਦਫ਼ਤਰ, ਆਰਟੀਏ, ਤੇ ਉੱਥੇ ਜਿਹੜੇ ਹੈਗੇ ਆਰਟੀਏ ਲੱਗੇ ਹੋਏ ਕਮਿਸ਼ਨਰ ਆਰਟੀਏ ਦੇ ਅੰਮ੍ਰਿਤਸਰ, ਉਹਨਾਂ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ। ਉਹ ਅਰਸ਼ਦੀਪ ਸਿੰਘ ਹੋਰਾਂ ਕੋਲ ਚਲੇ ਗਏ ਜੀ, ਕਹਿੰਦੇ ਦੇਖੋ, ਕਹਿੰਦਾ ਲਓ ਭਾਈ ਆਪਾਂ ਦੇਖ ਲਿਆ। ਉਹਨਾਂ ਨੇ ਰਿਕਾਰਡ ਦੇਖ ਕੇ ਉਹ ਕਹਿੰਦੇ ਜੀ ਸਾਡੇ ਕੋਲ ਸੁਰੱਖਿਅਤ ਪਿਆ ਨੰਬਰ, ਇਹਦਾ ਨੰਬਰ ਨਾ ਕਿਸੇ ਨੇ ਮੰਗਿਆ ਤੇ ਨਾ ਅਸੀਂ ਕਿਸੇ ਨੂੰ ਅਲਾਟ ਕੀਤਾ। ਇਹ ਜਾਲੀ ਨੰਬਰ ਹੀ ਲਾ ਲਿਆ ਫਿਰ। ਨਹੀਂ, ਨੰਬਰ ਜਾਲੀ ਹੋ ਗਿਆ ਨਹੀਂ, ਫਿਰ ਤਾਂ ਜਾਲੀ ਕੰਮ ਕਰਨਾ ਹੋਣਾ, ਕੋਈ ਲੱਭੀ ਜਾਓ। ਉਹ ਕਹਿੰਦੇ ਵੀ ਇਹ ਤਾਂ ਨੰਬਰ ਅਸੀਂ ਦਿੱਤਾ ਹੀ ਨਹੀਂ। ਤੇ ਪੱਤਰਕਾਰਾਂ ਨੇ ਫਿਰ ਪੁੱਛ ਲਿਆ ਵੀ ਹੁਣ ਦੱਸੋ ਜੀ ਕਾਰਵਾਈ ਕੀ ਕਰੋਗੇ। ਉਹਦੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ, ਕੰਮ ਗੈਰ ਕਾਨੂੰਨੀ, ਕਾਨੂੰਨੀ ਬਣਦੀ ਕਾਨੂੰਨੀ ਕਾਰਵਾਈ ਅਸੀਂ ਜ਼ਰੂਰ ਕਰਾਂਗੇ। ਪਰ ਹੁਣ ਤਾਂ ਚਲਾਣੀ ਹੈ ਜਾਂ ਗੱਡੀ ਇੰਪਾਊਂਡ ਚਲੋ ਜੋ ਹੋਵੇ। ਫਿਰ ਜੀ ਪੱਤਰਕਾਰ ਐਮਐਲਏ ਸਾਹਿਬ ਕੋਲ ਚਲੇ ਗਏ। ਅੱਛਾ ਜੀ, ਵੀ ਐਮਐਲਏ ਸਾਹਿਬ ਜਰਾ ਕਿ ਇਹ ਦੱਸੋ ਕਿ ਤੁਸੀਂ ਇਹ ਲਾ ਕਿਵੇਂ ਲਿਆ, ਕਾਨੂੰਨੀ ਹੈ। ਉਹ ਆਦੇ ਜੀ ਤੁਹਾਨੂੰ ਤਾਂ ਅਲਾਟ ਹੀ ਨਹੀਂ ਆ। ਕਹਿੰਦਾ ਯਾਰ ਮੈਂ ਸਾਰੇ ਟੈਕਸ ਭਰੇ। ਉਹ ਕਹਿੰਦੇ ਜੀ ਅਸੀਂ ਪੁੱਛਦੇ ਨੰਬਰ ਕਿਵੇਂ ਲੱਗ ਲਿਆ। ਕਹਿੰਦਾ ਟੋਟਲ ਟੈਕਸ ਭਰਤੇ। ਅੱਛਾ, ਉਧਰ ਆਇਆ ਹੀ ਨਹੀਂ ਉਹ ਨਾ, ਉਸ ਗੱਲ ਦੇ ਉੱਤੇ ਜਿਹੜਾ ਜਵਾਬ ਪੱਤਰਕਾਰ ਪੁੱਛਦੇ ਉਹ ਦਿੱਤਾ ਹੀ ਨਹੀਂ। ਇਹਦਾ ਮਤਲਬ ਇਹ ਪੁਸ਼ਟੀ ਹੋ ਗਈ ਕਿ ਇਹ ਸਾਰਾ ਕੁਛ ਹੈ। ਹੁਣ ਦਾਨੇਵਾਲੀਆ ਸਾਹਿਬ ਤੁਸੀਂ ਆਮ ਤੇ ਖਾਸ ਦੀ ਗੱਲ ਕਰ ਲਈ। ਜਦੋਂ ਆਮ ਆਦਮੀ ਪਾਰਟੀ ਬਣੀ ਹੈ ਅਸੀਂ ਵੀ ਉਤਸ਼ਾਹਿਤ ਸੀ, ਆਪਾਂ ਵੀ ਕਹਿੰਦੇ ਸੀ ਕਿ ਪਾਰਟੀ ਚੰਗੀ ਹੈ, ਚਲੋ ਜੇ ਕੋਈ ਬਦਲਾਅ ਹੁੰਦਾ ਤਾਂ ਚੰਗੀ ਗੱਲ ਹੈ। ਪਰ ਬਦਲਾਅ ਦੀ ਜੇ ਆਪਾਂ ਕਹਾਣੀ ਦੇਖੀਏ ਤਾਂ ਮੈਨੂੰ ਲੱਗਦੀ ਹੈ ਕਿ ਬਦਲਾਅ ਦੇ ਮਾਮਲੇ 'ਚ ਬਦਲਾਅ ਵਾਲੀ ਇਬਾਰਤ ਪੜ੍ਹਾਉਣ ਵਾਸਤੇ, ਬਦਲਾਅ ਵਾਲਾ ਪਾਠ ਪੜ੍ਹਾਉਣ ਵਾਸਤੇ ਭਗਵੰਤ ਸਿੰਘ ਮਾਨ ਹੋਰਾਂ ਨੂੰ ਮਿਹਨਤ ਕਰਨੀ ਪੈਣੀ, ਬਹੁਤ ਕਰਨੀ ਪੈਣੀ। ਉਹਨਾਂ ਨੂੰ ਆਪਣੇ ਜਿਹੜੇ ਐਮਐਲਏ ਹੈ ਉਹਨਾਂ ਦੇ ਹੱਕ ਹਕੂਕ ਅਧਿਕਾਰ ਕੀ ਹੈ। ਵੈਸੇ ਸ਼ੁਰੂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜੀ ਅਸੀਂ ਟ੍ਰੇਨਿੰਗ ਦੇਵਾਂਗੇ ਜੀ, ਉਹ ਟ੍ਰੇਨਿੰਗ ਹਾਲੇ ਤੱਕ ਦਿੱਤੀ ਨਹੀਂ, ਅਧੂਰੇ, ਤੇ ਉਹ ਬਦਨਾਮੀ ਦਾ ਕਾਰਨ ਬਣਦੇ। ਹੁਣ ਬਦਨਾਮੀ ਦੇ ਕਾਰਨ ਦੇ ਵਿੱਚ ਦੇਖੋ ਜੀ, ਪਹਿਲੀ ਗੱਲ ਤਾਂ ਇੱਕ ਆਪਣੀ ਕੁੜੀ ਹੈ ਆਪਣੇ ਮਾਨਸਾ ਤੋਂ ਹੀ ਹੈ, ਪੁਰਾਣੀ ਤਾਂ ਉਹ ਅੱਜ ਕੱਲ੍ਹ ਖੜ ਰਹਿੰਦੀ ਹੈ, ਖੜ ਤੋਂ ਐਮਐਲਏ ਬੀਬੀ ਗਗਨ ਅਨਮੋਲ ਮਾਨ। ਹਾਂਜੀ, ਉਹ ਗਗਨ ਅਨਮੋਲ ਮਾਨ ਵਿਚਾਰੀ ਇੱਕ ਦਿਨ ਚਲੀ ਗਈ ਥਾਣੇ 'ਚ। ਨਾ ਤਾਂ ਉਹਨੂੰ ਪਤਾ ਵੀ ਮੇਰੇ ਹੱਕ ਹਕੂਕ ਕੀ ਹੈ ਤੇ ਨਾ ਥਾਣੇਦਾਰ ਨੂੰ ਪਤਾ। ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦੇਵਾਂ ਕਿ ਜਿਹੜਾ ਐਮਐਲਏ ਹੈ ਜੀ, ਐਮਐਲਏ ਦਾ ਸਟੇਟਸ ਜਿਹੜਾ ਹੈ ਉਹ ਅਬਬ ਦਾ ਚੀਫ ਸੈਕਟਰੀ ਹੈ। ਉਹਦਾ ਮਤਲਬ ਸਟੇਟਸ ਤਾਂ ਇਹ ਹੈ। ਪਰ ਜਦੋਂ ਆਪਾਂ ਕਿਸੇ ਦੇ ਦਫ਼ਤਰ ਜਾਂਦੇ ਆ, ਜੇ ਤੁਹਾਡੇ ਮਾਨ ਦੇ ਵਿੱਚ ਬੰਦਾ ਉੱਠ ਕੇ ਖੜਾ ਹੁੰਦਾ, ਉਹਨੂੰ ਹੋਣਾ ਚਾਹੀਦਾ ਡੀਐਸਪੀ ਨੂੰ ਜੀ। ਡੀਐਸਪੀ ਖੜਾ ਹੋ ਗਿਆ ਤਾਂ ਮਤਲਬ ਇਹ ਵੀ ਕੁਰਸੀਆਂ ਪਾਸੇ ਕਰਕੇ ਬੈਠ ਸਕਦੇ ਸੀ, ਤੇ ਉਹ ਬੀਬੀ ਜਾ ਕੇ ਡੀਐਸਪੀ ਵਾਲੀ ਕੁਰਸੀ ਤੇ ਬਹਿ ਗਈ। ਤੇਰਾ ਸਟੇਟਸ ਕੁੜੀਏ ਕਿੱਡਾ ਵੱਡਾ ਹੈ, ਤੂੰ ਤਾਂ ਚੀਫ ਸੈਕਟਰੀ ਤੋਂ ਵੀ ਵੱਡੀ ਹੈ, ਤੂੰ ਡੀਐਸਪੀ ਕਿਉਂ ਬਣ ਗਈ? ਤੂੰ ਤਾਂ ਡੀਜੀਪੀ ਤੋਂ ਵੀ ਵੱਡੀ ਹੈ। ਤੇਰਾ ਸਟੇਟਸ ਹੈ, ਤੂੰ ਆ ਬਣ ਕੇ ਕਿ ਤੂੰ ਆਪਣਾ ਰੁਤਬਾ ਡਾਊਨ ਕਿਉਂ ਕੀਤਾ? ਮੈਂ ਇਹ ਨਹੀਂ ਕਹਿੰਦਾ ਵੀ ਉਹਨੇ ਰੋਬਦਾ, ਮੈਂ ਉਹਨੂੰ ਤਾਂ ਉਹਦਾ ਰੁਤਬਾ ਘਟਾਇਆ, ਇੱਕ ਗੱਲ। ਦੂਜੀ ਗੱਲ, ਉਹ ਕੋਈ ਚਿੱਠੀ ਜੀ ਵਾਇਰਲ ਹੋਈ ਫਿਰਦੀ ਹੈ, ਉਹਦੀ ਹਾਲਾਂਕਿ ਖੰਡਨ ਕਰ ਦਿੱਤਾ ਹੈ ਮਾਲਵਿੰਦਰ ਸਿੰਘ ਕਾਂਗੋਰਾ ਨੇ ਵੀ ਕਿ ਜੀ ਇਹ ਨਹੀਂ, ਇਹ ਤਾਂ ਜਾਲੀ ਹੈ। ਔਰ ਚੀਮਾ ਸਾਹਿਬ ਨੇ ਵੀ ਕਹਿ ਦਿੱਤਾ, ਵਿੱਤ ਮੰਤਰੀ ਸਾਹਿਬ ਨੇ ਜੀ, ਮੈਂ ਬੀਬਾ ਜੀ ਨਾਲ ਗੱਲ ਕੀਤੀ, ਉਹ ਕਹਿੰਦੀ ਜੀ ਮੈਂ ਕੋਈ ਚਿੱਠੀ ਚੁੱਠੀ ਨਹੀਂ ਲਿਖੀ। ਪਰ ਬੀਬਾ ਜੀ ਵਾਲੇ ਪਾਸੋਂ ਖੰਡਨ ਨਹੀਂ ਹੈ ਤੇ ਨਾ ਕੰਸਰਨ ਡਿਪਾਰਟਮੈਂਟ ਵੱਲੋਂ ਕਿਸੇ ਕੰਨੇ ਨਹੀਂ ਹੈ। ਲਓ ਜੀ, ਉਹ ਤੋਂ ਬਾਅਦ ਫਿਰ ਆਪਣੇ ਉਹ ਜਿਹੜੇ ਹੈਗੇ ਟਰਾਂਸਪੋਰਟ ਮੰਤਰੀ ਸਾਹਿਬ ਲਾਲਜੀਤ ਜੀ, ਉਹ ਲਾਲਜੀਤ ਭੁੱਲਰ ਸਾਹਿਬ ਦੀ ਉਹ ਜਿਹੜੀ ਉਹ ਇੱਕ ਵਿਵਾਦ ਖੜਾ ਹੋ ਗਿਆ ਲਾਲ ਕਿਲੇ ਵਾਲਾ, ਹਾਂਜੀ, ਉਹ ਆਪਦੀ ਥਾਂ ਦੇ ਉੱਤੇ ਹੈ। ਤੀਜਾ ਜਿਹੜੇ ਹੈਗੇ ਜੀ ਫਿਰ ਜੌੜੇ ਮਾਜਰਾ ਸਾਹਿਬ, ਉਹਨਾਂ ਨੇ ਵੀ ਜਿੰਨੀ ਮਤਲਬ ਆ ਵੀ ਆਪਦੀ ਨੇਕਨਾਮੀ ਕਰਵਾਤੀ ਆਪਦੀ ਪਾਰਟੀ ਦੀ, ਉਹ ਵੱਖਰੀ ਗੱਲ ਹੈ। ਇਹ ਲੋੜ ਇਸ ਗੱਲ ਦੀ ਹੈ ਕਿ ਤੁਸੀਂ ਆਪਣੇ ਐਮਐਲਏਜ਼ ਨੂੰ, ਆਪਣੇ ਵਜ਼ੀਰਾਂ ਨੂੰ ਟ੍ਰੇਨਿੰਗ ਦਿਓ, ਉਹਨਾਂ ਦੇ ਹਕੂਕ ਕੀ ਹੈ, ਉਹਨਾਂ ਦੇ ਹੱਕ ਕੀ ਹੈ, ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹੈ, ਉਹਨਾਂ ਨੇ ਕਿੰਨਾ ਕੁ ਪਾਸੇ ਅਸੀਂ ਜਾਣਾ, ਕੀ ਕਾਰਵਾਈ ਹੈ। ਗੱਡੀਆਂ ਸਾਰੇ ਲੋਕ ਹੀ ਲੈਂਦੇ। ਵੈਸੇ ਨਿਯਮ ਇਹ ਹੈ ਕਿ ਤੁਸੀਂ ਜਦੋਂ ਗੱਡੀ ਲੈਣੇ ਹੋ, ਗੱਡੀ ਤਾਂ ਹੁਣ ਤਾਂ ਕਹਿੰਦੇ ਨਿਕਲ ਹੀ ਨਹੀਂ ਸਕਦੀ ਨੰਬਰ ਬਿਨਾਂ, ਉਹਦੇ ਤੇ ਨੰਬਰ ਲਵਾਉਣਾ ਚਾਹੀਦਾ, ਪਲੇਟ ਹੀ ਲੱਗ ਕੇ ਨਿਕਲੂਗੀ। ਜੇ ਲੈਣਾ ਤਾਂ ਤੁਸੀਂ ਨੰਬਰ ਪਹਿਲਾਂ ਅਲਾਟ ਕਰਾ ਲਓ, ਨੰਬਰ ਉੱਥੇ ਨਾਲ ਦੀ ਨਾਲ ਨੰਬਰ ਤੁਸੀਂ ਉਹਦਾ ਅਲਾਟ ਕਰੋ, ਪੈਸੇ ਭਰੋ, ਕਿਉਂਕਿ ਜਿਹੜੇ ਹੁਣ ਵੀਆਈਪੀ ਨੰਬਰ ਹੈ ਤਾਂ ਪੈਸਿਆਂ ਨਾਲ ਮਿਲਦੇ, ਗੱਲ ਹੀ ਬਗੈਰ ਪੈਸੇ ਤੋਂ ਮੁੱਕੇ ਤਾਂ ਮੁਕਾਤੀ ਸੀ ਗੱਲ। ਤੇ ਤੁਸੀਂ ਮਤਲਬ ਜਿਹੜੇ ਐਮਐਲਏ ਤੁਹਾਡੇ ਨਾਲ ਦੀ ਨਾਲ ਹੀ ਲੱਗ ਜਾਣੀ ਸੀ, ਕਿਉਂ ਪਾਰਟੀ ਦੀ ਬਦਨਾਮੀ ਕਰਵਾ ਰਹੇ ਹੋ? ਮੈਂ ਤਾਰੀਫ ਕਰੂੰਗਾ ਸਰਦਾਰ ਕੁਲਤਾਰ ਸਿੰਘ ਸੰਧਵਾ ਦੀ। ਕੁਲਤਾਰ ਸਿੰਘ ਸੰਧਵਾ ਹੋਰੀ ਜਾ ਰਹੇ ਸੀਗੇ ਅੰਮ੍ਰਿਤਸਰ ਸਾਹਿਬ ਨੂੰ। ਅੱਛਾ ਜੀ। ਉਹਨਾਂ ਦਾ ਬੇਟਾ ਵੀ ਨਾਲ ਸੀ, ਗੱਡੀ 'ਚ ਬੈਠੇ ਆ ਉਹ। ਅਗਾਂਹ ਮਾਨਾ ਵਾਲੇ ਦੇ ਕੋਲੇ ਸੜਕ ਜਿਹੜੀ ਹੈਗੀ ਜੀ, ਡਬਲ ਸੜਕ ਸਿੰਗਲ ਹੋ ਗਈ, ਉਹਦੀ ਸ਼ਾਇਦ ਰਿਪੇਅਰ ਵਗੈਰਾ ਹੁੰਦੀ ਸੀ।
ਇੱਕ ਟਰੱਕ ਵਾਲਾ ਜਾ ਰਿਹਾ, ਟਰੱਕ ਵਾਲਾ ਟਰੱਕ ਚਲਾ ਰਿਹਾ, ਪਿੱਛੋਂ ਹੂਟਰ ਮਾਰ ਰਹੀਆਂ ਗੱਡੀਆਂ, ਹੁਣ ਤੋਂ ਪਾਸੇ ਆਸੇ ਹੋ ਗਿਆ, ਅਖੀਰ ਕਰਦਿਆਂ ਕਰਾਉਂਦਾ ਟਰੱਕ ਦਾ ਟੱਚ ਕਰ ਗਿਆ, ਗੱਡੀ ਦੇ ਨਾਲ ਸ਼ਾਇਦ ਟੱਕਰ ਵੀ ਲੱਗ ਗਈ ਸਪੀਕਰ ਸਾਹਿਬ ਦੀ ਨਾਲ। ਹੁਣ ਆਪਾਂ ਨੂੰ ਪਤਾ ਵੀ ਸਪੀਕਰ ਸਾਹਿਬ ਤਾਂ ਭਲੇ ਬੰਦੇ ਹੈ, ਪਰ ਜਿਹੜਾ ਮਹਿਕਮਾ ਨਾਲ ਉਹਨਾਂ ਦੀ ਰਾਖੀ ਵਾਸਤੇ ਲੱਗਿਆ ਹੋਇਆ, ਉਹਨਾਂ ਦੀ ਤਾਂ ਆਪਦੀ ਜਿਹੜੀ ਡਿਊਟੀ, ਉਹਨਾਂ ਨੂੰ ਜਿਹੜੀ ਪੜ੍ਹਾਈ ਕਰਵਾਈ, ਉਹਨਾਂ ਨੇ ਤਾਂ ਉਹੀ ਗੱਲ ਕਰਨੀ ਹੈ। ਉਹਨਾਂ ਨੇ ਜੀ ਉਹ ਡਰਾਈਵਰ ਦੀ ਧੌਲ ਤਪ ਕਰਤੀ ਪੂਰੀ। ਉਹ ਤੁਹਾਡੇ ਵਰਗਾ ਬੰਦਾ ਕੋਲੇ ਖੜੋਤਾ ਸੀਗਾ, ਉਹਨੇ ਨਾਲ ਦੀ ਵੀਡੀਓ ਬਣਾ ਲਈ, ਉਹ ਵੀਡੀਓ ਹੋ ਗਈ ਜੀ ਵਾਇਰਲ। ਇੱਕ ਪਾਸੇ ਤਾਂ ਵੀਡੀਓ ਵਾਇਰਲ ਹੋ ਗਈ, ਦੂਜੇ ਪਾਸੇ ਡਰਾਈਵਰ ਨੇ ਆਪਦੇ ਮਾਲਕ ਨੂੰ ਫੋਨ ਕਰਤਾ ਬਈ ਜੀ ਕੋਟਕ ਟਾਪਾ ਹੋ ਗਿਆ ਤਾਂ ਹੁਣ ਕਰੀਏ ਕੀ, ਤੇ ਮਾਲਕ ਨੇ ਕਹਿਤਾ ਚਲੋ ਬਈ, ਤੇ ਜੀ ਉਹ ਟਰਾਂਸਪੋਰਟਰ ਡਰਾਈਵਰ ਕੰਡਕਟਰ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ, ਲਾ ਦਿਓ ਜੀ ਉਹਨਾਂ ਨੇ ਜਾਮ ਲਾਉਣ ਵਾਲੀ ਗੱਲ ਕਰ ਲਈ। ਕੁਲਤਾਰ ਸਿੰਘ ਸੰਧਵਾ ਹੋਰਾਂ ਦੀ ਜਿਹੜੀ ਮੈਂ ਕਹੂੰਗਾ ਉਹਨਾਂ ਦੀ ਮੈਂ ਤਾਰੀਫ ਕਰਨੀ ਬਣਦੀ, ਉਹਨਾਂ ਨੇ ਮੌਕੇ ਨੂੰ ਸੰਭਾਲਿਆ। ਉਹਨਾਂ ਨੇ ਕਿਹਾ ਜੀ ਜੋ ਕੁਛ ਹੋਇਆ ਗਲਤ ਹੋਇਆ, ਮੈਂ ਖਿਮਾ ਦਾ ਜਾ ਚੁੱਕਾ, ਇਹ ਗਲਤ ਹੋਇਆ, ਅਸੀਂ ਇਹਦੀ ਪੜਤਾਲ ਕਰਾਵਾਂਗੇ, ਇਹਦੀ ਪੜਤਾਲ ਕਰਾਵਾਂਗੇ ਕਿ ਸਾਰਾ ਕੁਛ ਹੋ ਕਿਵੇਂ ਗਿਆ, ਕਿਵੇਂ ਗੱਡੀ ਟੱਚ ਕਰ ਗਈ, ਕਿਵੇਂ ਜਿਹੜੇ ਹੈਗੀ ਇਹ ਗੱਲ ਹੈਗੀ, ਇਹਦੀ ਪੜਤਾਲ ਕਰਾਵਾਂਗੇ। ਪਰ ਮੈਂ ਗੱਡੀ ਟੱਚ ਹੋ ਗਈ, ਕੁੱਟਣ ਦਾ ਕੀ ਕੰਮ? ਚਲੋ ਉਹਨਾਂ ਨੇ ਕੁੱਟਿਆ, ਸਪੀਕਰ ਨੇ ਨਹੀਂ, ਪਰ ਸਪੀਕਰ ਨੇ ਵੱਡਾਪਨ ਦਿਖਾਇਆ, ਸਪੀਕਰ ਸਾਹਿਬ ਨੇ ਵੱਡਾਪਨ ਦਿਖਾਇਆ। ਉਹਨਾਂ ਨੇ ਆਪਣੇ ਜਿਹੜੇ ਹੈਗੇ ਜਿਹੜੀ ਉਹਨਾਂ ਦੇ ਸਿਕਿਉਰਿਟੀ ਵਾਲੇ ਜਿਹੜੀ ਉਹਨਾਂ ਦੀ ਗਲਤੀ ਹੋਈ ਆ ਵੀ ਉਹ ਬਜਾਏ ਦੇ ਕਿ ਤੂੰ ਮਾਫੀ ਮੰਗ, ਜਦੋਂ ਮਾਲਕ ਨੇ ਆਪ ਹੀ ਮਾਫੀ ਮੰਗ ਲਈ ਤੇ ਫਿਰ ਬੰਦਾ ਕਿੱਡਾ ਹੀ ਅੱਗੋਂ ਗਰਮ ਹੋਵੇ, ਉਹ ਨਾਲ ਦੀ ਨਾਲ ਹੀ ਠੰਡਾ ਹੋ ਜਾਂਦਾ। ਇੱਥੇ ਮੈਂ ਸਮਝ ਚੰਗਾ ਜਿਵੇਂ ਕੁਲਤਾਰ ਸਿੰਘ ਸੰਧਵਾ ਹੋਰਾਂ ਦਾ ਜੋ ਐਟੀਟਿਊਡ ਸੀ, ਭਾਵੇਂ ਠੀਕ ਹੈ ਕਿ ਬਦਨਾਮੀ ਬਹੁਤ ਜ਼ਿਆਦਾ ਹੋ ਰਹੀ ਸੀ, ਉਹ ਆਪਦੀ ਥਾਂ ਤੇ, ਪਰ ਇਹ ਹੈ ਵੀ ਇੰਨੀ ਕਿ ਤੁਸੀਂ ਟ੍ਰੇਨਿੰਗ ਆਪਦੇ ਬੰਦਿਆਂ ਨੂੰ ਦੇ ਦਿਓ ਕਿ ਭਾਈ ਠੀਕ ਤਰੀਕੇ ਨਾਲ ਚੱਲੋ। ਆ ਕਿੰਨੀ ਕੁ ਵੱਡੀ ਗੱਲ ਹੈ ਜੇ ਐਮਐਲਏ ਦੀ ਟੌਰ ਟੱਪਾ ਤਾਂ ਕੱਲੀ ਐਮਐਲਏ ਨਾਲ ਹੀ ਹੋਇਆ, ਐਮਐਲਏ ਨਾਲ ਹੀ ਹੈ ਨਾ ਜੀ ਦੇ ਨਾਲ ਮੈਂਬਰ ਲੈਜਿਸਲੇਟਿਵ ਅਸੈਂਬਲੀ ਲੱਗਿਆ, ਬਹੁਤ ਵੱਡੀ ਗੱਲ ਹੈ। ਫਿਰ ਉਹ ਤੇ ਪੰਜਾਬ ਸਰਕਾਰ ਵੀ ਲਿਖਿਆ ਗੱਡੀ ਤੇ, ਸਾਰਾ ਕੁਝ ਲਿਖਿਆ ਹੁੰਦਾ, ਠੀਕ ਹੈ ਨਾ। ਨਾ ਇਹ ਤਾਂ ਜੇ ਨਵੀਂ ਗੱਡੀ ਹੈ ਨਾ, ਆਪਦੀ ਨਹੀਂ ਪ੍ਰਾਈਵੇਟ, ਆਪਦੀ ਗੱਡੀ ਤੇ ਪੰਜਾਬ ਨਾਲ ਪੰਜਾਬ ਸਰਕਾਰ ਵੀ ਲਿਖਤਾ ਨੰਬਰ ਲਾ ਕੇ, ਨੰਬਰ ਨਾਲ ਲਾ ਕੇ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ ਸੈਂਟਰ, ਇੱਥੇ ਹਰ ਤਰ੍ਹਾਂ ਦੇ ਰੀਫਰ ਦੀ ਰਿਪੇਅਰ ਕੀਤੀ ਜਾਂਦੀ ਹੈ, ਇੰਜਨ ਰੀਬਿਲਟ, ਟਰਾਂਸਮਿਸ਼ਨ, ਗੇਅਰ, ਆਇਲ ਚੇਂਜ, ਡੈਫ ਕਲੀਨਿੰਗ, DOT ਸੇਫਟੀ ਕੀਤੀ ਜਾਂਦੀ ਹੈ ਜੀ। 8043728800 ਤੇ ਕਾਲ ਕਰ ਸਕਦੇ ਹੋ। ਇਹਨਾਂ ਦਾ ਲੋਕੇਸ਼ਨ ਹੈ ਜੀ 10224 ਰੈਜ਼ੀਡੈਂਸੀ ਰੋਡ ਮਨਾਸਸ, ਹਾਈਵੇ 66 ਐਗਜ਼ਿਟ 43 ਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ DOT ਸੇਫਟੀ, ਡੈਫ ਕਲੀਨਿੰਗ, ਆਇਲ ਚੇਂਜ, AC ਵਰਕ ਤੇ ਯੂਜ਼ ਤੇ ਬ੍ਰੈਂਡ ਨਿਊ ਟਾਇਰਸ ਵੀ ਲੈ ਸਕਦੇ ਹੋ। 1315 ਵੈਸਟਰਨ ਹਨਾ ਐਵੀਨਿਊ, ਇੰਡੀਅਨੈਪੋਲਿਸ ਤੇ ਇਹਨਾਂ ਦੀ ਲੋਕੇਸ਼ਨ ਹੈ ਜੀ। ਫੋਨ ਨੰਬਰ ਨੇ 3179797205 ਜਾਂ 6612045818 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਇੱਕ ਖਾਸ ਸੂਚਨਾ ਜੀ ਵੀ ਸਤੰਬਰ 2 ਨੂੰ ਕਸਟਮਰਸ ਐਪਰੀਸ਼ੀਏਸ਼ਨ ਡੇ ਦੇ ਉੱਤੇ $75 ਕੁਇਕ ਟਰੱਕ ਲਿਊਬ ਆਫ ਦੇ ਰਿਹਾ ਜੀ। ਸਿਰਫ ਇੱਕੋ ਲੋਕੇਸ਼ਨ ਹੈ ਜੀ, ਇਹ ਲੋਕੇਸ਼ਨ ਇਹਨਾਂ ਦੀ ਜਿਹੜੀ ਹੈਗੀ ਆ ਉਹ ਹੈ ਜੀ 1010 ਇੰਡਸਟਰੀਅਲ ਰੋਡ, AYR ਇੰਟੀਰੀਓ ਦੇ ਵਿੱਚ, ਤੇ ਟੈਲੀਫੋਨ ਨੰਬਰ ਹੈ ਜੀ 8887855823 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਹੈ ਫਿਕਸ ਕਰ ਲਓ। ਫ੍ਰੀ ਟਰੱਕ ਗਰੀਸ ਕੀਤਾ ਜਾਏਗਾ, ਫ੍ਰੀ ਬਾਰਬੀਕਿਊ ਹੋਏਗੀ। ਸੋ ਸਿਰਫ ਇਹ ਸਤੰਬਰ 2 ਦੇ ਲਈ ਇਹ ਕੂਪਨ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ 9216410666 ਦੇ ਉੱਤੇ ਜਿਹੜਾ ਮੈਸੇਜ ਭੇਜ ਦਿਓ, ਅਸੀਂ ਤੁਹਾਨੂੰ ਇਹ ਕੂਪਨ ਜਿਹੜਾ ਸੈਂਡ ਕਰ ਦਿਆਂਗੇ। ਅਮਰੀਕਾ ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ, ਇਹਨਾਂ ਤੋਂ ਹਰ ਪੁਰਾਣੀ ਤੋਂ ਪੁਰਾਣੀ ਮਰਜ਼ ਦਾ ਇਲਾਜ ਕਰਵਾ ਸਕਦੇ ਹੋ। 4087377100 ਤੇ ਅਪਾਇੰਟਮੈਂਟ ਬਣਾ ਕੇ ਤੁਸੀਂ ਫੋਨ ਕਾਲ ਦੇ ਜ਼ਰੀਏ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ, ਤੁਹਾਡੇ ਘਰੇ ਦਵਾਈ ਪੁੱਜਦੀ ਕਰ ਸਕਦੇ ਨੇ। ਤੇ ਹੁਣ ਢਿੱਲੋਂ ਸਾਹਿਬ ਬਾਬੇ ਫਰੀਦ ਮੈਡੀਕਲ ਯੂਨੀਵਰਸਿਟੀ ਦੇ VC ਦਾ ਅੱਜ ਚਰਚਾ ਕੀ ਅਸਤੀਫਾ ਮਨਜ਼ੂਰ ਹੋ ਗਿਆ, ਵਾਕਿਆ ਮਨਜ਼ੂਰ ਹੋ ਗਿਆ ਜੀ? ਨਹੀਂ, ਵੈਸੇ ਅਖਬਾਰਾਂ ਦੇ ਵਿੱਚ ਖਬਰੇ ਲੱਗੇ ਕਿ ਮਨਜ਼ੂਰ ਹੋ ਗਿਆ ਜੀ। ਅਸਲ ਦੇ ਵਿੱਚ ਇਹ ਹੈ ਕਿ ਜਦੋਂ ਜੌੜੇ ਮਾਜਰਾ ਸਾਹਿਬ ਨੇ ਜਾ ਕੇ ਡਾਕਟਰ ਰਾਜ ਬਹਾਦਰ ਨੂੰ ਯੂਨੀਵਰਸਿਟੀ ਦਾ ਜਿਹੜਾ ਮੈਡੀਕਲ ਕਾਲਜ ਹੈ ਜੀ, ਉਹਦਾ ਇੱਕ ਜਿਹੜਾ ਹੈਗਾ ਡੋਰਮੈਂਟਰੀ ਹਾਲ ਸੀ, ਉੱਥੇ ਇੱਕ ਜਿਹੜਾ ਬੈੱਡ ਲੱਗਿਆ ਹੋਇਆ ਸੀ, ਉਹਨਾਂ ਨੂੰ ਕਿਹਾ ਵੀ ਤੇ ਬੈੱਡ ਬੜੇ ਗੰਦੇ ਹਾਂਜੀ। ਵੈਸੇ ਗੱਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਗੱਲ ਮੇਰਾ ਖਿਆਲ ਵੀ ਉਹਨਾਂ ਦਾ ਮਾਈਂਡ ਬਣਿਆ ਹੋਇਆ ਸੀ। ਜਦੋਂ ਉਹਨਾਂ ਨੂੰ ਨਾਲ ਲੈ ਕੇ ਯੂਨੀਵਰਸਿਟੀ 'ਚ ਦਾਖਲ ਹੁੰਦੇ ਆ, ਉਦੋਂ ਹੀ ਥੋੜ੍ਹਾ ਉਹਨਾਂ ਨੂੰ ਇੱਕ ਜਿਵੇਂ ਤਾੜਨਾ ਜੀ ਹੁੰਦੀ ਹੈ, ਝਿੜਕਣਾ ਜਿਹਾ ਹੁੰਦਾ, ਉਹਨਾਂ ਨੇ ਆਪਣਾ ਨਜ਼ਰੀਆ ਦਿਖਾਉਣਾ ਸ਼ੁਰੂ ਕਰਤਾ ਸੀ ਜੀ। ਉੱਥੇ ਕਹਿੰਦੇ ਕਿ ਇਹ ਤਾਂ ਬੈੱਡ ਬੜੇ ਗੰਦੇ ਹੈ, ਤੁਸੀਂ ਪੈ ਕੇ ਦਿਖਾਓ। ਤੇ ਉਹ ਪੈ ਵੀ ਗਏ ਸੀ ਤੇ ਨਾਲ ਦੀ ਨਾਲ 1 ਮਿੰਟ ਤੋਂ ਉੱਠ ਪਏ ਵੀ ਸੀ ਜੀ। ਉਦੋਂ ਤਾਂ ਕੁਝ ਬੋਲੇ ਨਹੀਂ, ਵੈਸੇ ਬੋਲਣਾ ਮੇਰੇ ਖਿਆਲ ਮੁਤਾਬਕ ਉਹਨਾਂ ਨੂੰ ਉਦੋਂ ਚਾਹੀਦਾ ਸੀ ਜੀ ਵੀ ਮੇਰੇ ਖਿਲਾਫ ਜੋ ਕਾਰਵਾਈ ਕਰਨੀ ਕਰ ਲਓ। ਪਰ ਉਹ ਤੋਂ ਬਾਅਦ ਉਹਨਾਂ ਨੇ ਆ ਕੇ ਆਪਣਾ ਅਸਤੀਫਾ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਭੇਜਤਾ ਸੀ ਜੀ।
ਮੁੱਖ ਮੰਤਰੀ ਨੂੰ ਅਸਤੀਫਾ ਭੇਜਤਾ ਤੇ ਫਿਰ ਉਹਨਾਂ ਦੀ ਇੰਟਰਵਿਊ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਜੀ। ਉਹ ਹਿੰਦੁਸਤਾਨ ਟਾਈਮਜ਼ ਵਾਲਿਆਂ ਦੇ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਸੀ ਜੇ ਮੇਰੀ ਡਿਪਾਰਟਮੈਂਟਲ ਖੋਲ ਦਿੱਤੇ ਜੀ, ਮੈਨੂੰ ਕੋਈ ਇਤਰਾਜ਼ ਨਹੀਂ ਸੀ ਜੇ ਮੈਨੂੰ ਸਸਪੈਂਡ ਕਰ ਦੇ ਜਾਂ ਮੈਨੂੰ ਵੈਸੇ ਹੀ ਕਹਿੰਦੇ ਕਿ ਭਾਈ ਤੇਰੀਆਂ ਸੇਵਾਵਾਂ ਸਾਨੂੰ ਨਹੀਂ ਚਾਹੀਦੀਆਂ, ਤੂੰ ਛੱਡ ਦੇ ਜੀ, ਮੈਂ ਨੌਕਰੀ ਸਭ ਕੁਝ ਕਰ ਸਕਦਾ ਸੀ, ਲੇਕਿਨ ਮੈਨੂੰ ਜਿਹੜਾ ਜਲੀਲ ਕੀਤਾ ਇਹ ਗਲਤ ਹੈ ਤੇ ਮੈਂ ਇਹ ਜਲਾਲਤ ਬਰਦਾਸ਼ਤ ਨਹੀਂ ਕਰ ਸਕਦਾ ਜੀ। ਇਹ ਗੱਲ ਉਹਨਾਂ ਨੇ ਕਹੀ। ਇਹ ਗੱਲ ਕਹਿਣ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਭੇਜਤਾ ਤੇ ਇਹ ਖਬਰਾਂ ਵੀ ਅਖਬਾਰਾਂ 'ਚ ਆਪਾਂ ਪੜ੍ਹੀਆਂ ਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਜੀ ਉਹਨਾਂ ਨੂੰ ਕਿਹਾ ਵੀ ਨਹੀਂ ਜੀ ਤੁਸੀਂ ਆਪਾਂ ਮਿਲ ਕੇ ਗੱਲ ਕਰਾਂਗੇ, ਤੁਸੀਂ ਰਹਿਣ ਦਿਓ ਜੀ, ਠਹਿਰੋ ਹਲੇ। ਪਰ ਉਸੇ ਸਮੇਂ ਦੌਰਾਨ ਉਹਨਾਂ ਨੇ ਆਪਣੀ ਗੱਡੀ ਵੀ ਵਾਪਸ ਭੇਜਤੇ ਸੀ, ਲੈਪਟਾਪ ਵੀ ਵਾਪਸ ਭੇਜਤਾ ਯੂਨੀਵਰਸਿਟੀ ਦਾ ਤੇ ਸਿਕਿਉਰਿਟੀ ਵੀ ਵਾਪਸ ਕਰਤੀ ਸੀ ਕਿ ਮੈਂ ਤਾਂ ਇਹਦਾ ਮਤਲਬ ਉਹਨਾਂ ਦਾ ਮਨ ਬਣ ਗਿਆ ਸੀ। ਭਗਵੰਤ ਸਿੰਘ ਮਾਨ ਹੋਰਾਂ ਨੇ ਤਾਰੀਫ ਵੀ ਕੀਤੀ ਉਹਨਾਂ ਨੇ ਕਿ ਸਰਜਨ ਬਹੁਤ ਸ਼ਾਨਦਾਰ ਹੈ ਜੀ। ਦੇਖੋ ਰੀੜ੍ਹ ਦੀ ਹੱਡੀ ਦਾ ਸਰਜਨੀ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ। ਔਰ ਨਾਲ ਉਹਨਾਂ ਨੇ ਕਿਹਾ ਸੀ ਕਿ ਮੇਰੇ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੇ ਸੱਟ ਲੱਗ ਗਈ ਸੀ, ਇਹਨਾਂ ਨੇ ਇਲਾਜ ਉਹਨਾਂ ਦਾ ਕੀਤਾ ਸੀ ਜੀ। ਆਪਣਤ ਵੀ ਉਹਨਾਂ ਨੇ ਦਿਖਾਈ। 10 ਕੁ ਦਿਨ ਉਡੀਕਿਆ ਜੀ। 10 ਦਿਨਾਂ ਦੇ ਵਿੱਚ ਗੱਲ ਕਿਸੇ ਤਨ ਪੱਤਨ ਨਹੀਂ ਲੱਗੀ ਜੀ। ਇਹਦਾ ਮਤਲਬ ਹੈ ਕਿ ਡਾਕਟਰ ਰਾਜ ਬਹਾਦਰ ਵੀ ਇਹ ਚਾਹੁੰਦਾ ਹੋਊਗਾ ਕਿ ਉਹਨਾਂ ਦਾ ਮਾਨ ਸਨਮਾਨ ਕਾਇਮ ਰੱਖਿਆ ਜਾਵੇ ਤੇ ਮਾਨ ਸਨਮਾਨ ਕਾਇਮ ਰੱਖਣ ਦਾ ਇੱਕੋ ਹੀ ਤਰੀਕਾਕਾਰ ਹੈ ਜੀ ਕਿ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਮੰਤਰੀ ਨੂੰ ਇਸ ਤਰ੍ਹਾਂ ਬਦਲਾਇਆ ਜਾਵੇ, ਮੈਂ ਕੁੜਤਾ ਪਜਾਮਾ ਬਦਲ ਦਈਏ ਕਿਉਂਕਿ ਪਹਿਲਾਂ ਹੀ ਬਦਨਾਮੀ ਵਾਹਵਾ ਹੋ ਗਈ ਸੀ ਬਿਲਕੁਲ ਵਿਜੇ ਸਿੰਗਲਾ ਵਾਲੇ ਮਾਮਲੇ ਜਿਹੜੇ ਪਹਿਲੇ ਹੈਲਥ ਮਿਨਿਸਟਰ ਸੀ। ਦੂਜੇ ਨੂੰ ਵੀ ਜੇ ਬਦਲਦੇ ਤਾਂ ਗੱਲ ਉਹਦੇ ਨਾਲ ਹੋਰ ਸੀ ਜੇ ਉਹਨਾਂ ਨੂੰ ਕੱਢਦੇ ਸੀ। ਕੱਢਣ ਦੀ ਬਜਾਏ ਮਹਿਕਮਾ ਤਬਦੀਲ ਕੀਤਾ ਜਾ ਸਕਦਾ ਸੀ। ਜੇ ਮਹਿਕਮਾ ਤਬਦੀਲ ਕੀਤਾ ਹੁੰਦਾ ਮੇਰਾ ਖਿਆਲ ਫਿਰ ਥੋੜ੍ਹਾ ਬਹੁਤਾ ਪ੍ਰੈਸ਼ਰ ਪਾ ਕੇ ਕਿਹਾ ਜਾ ਸਕਦਾ ਸੀ ਕਿ BC ਸਾਹਿਬ ਲਓ ਤੁਸੀਂ ਠੀਕ ਹੈ ਜੀ ਤੁਸੀਂ ਗੱਲ ਕਰ ਲਓ। ਇਹਦੇ ਨਾਲ ਹੀ ਤਾਂ ਨਾਲ ਸਭ ਜੇ ਆਪਾਂ ਦੇਖੀਏ ਤਾਂ ਜਿਹੜਾ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਏ ਲੋਕ ਹੈ ਉਹ ਬੜੇ ਖਫ ਹੈ ਔਰ ਕਈ ਸਾਰੇ ਲੋਕ ਤਾਂ ਨੌਕਰੀਆਂ ਛੱਡ ਵੀ ਗਏ ਹੈ। ਉਹ ਖਫ ਹੈ ਕਿ ਜੀ ਸਰਕਾਰ ਸਾਡੇ ਨੌਕਰੀ ਛੱਡ ਕੇ ਜਾਂ ਫਿਰ ਸਮਝ ਲਓ ਉਹ ਤੇ ਡੈਪੂਟੇਸ਼ਨ ਤੇ ਤੁਰੇ ਜਾਂਦੇ। ਚਲੋ ਹਾਂ ਉਹ ਵੀ ਇਹ ਜਿਹੜੀ ਹੈ ਸਰਕਾਰ ਠੀਕ ਤਰੀਕੇ ਨਾਲ ਟਰੀਟ ਨਹੀਂ ਕਰਦੀ ਤੇ ਉਹਨੇ ਵੀ ਕਿਹਾ ਸੀ ਜੀ ਵੀ ਮੁੱਖ ਮੰਤਰੀ ਸਾਹਿਬ ਹੁਣ ਉਹ ਕੰਮ ਵਾਲਾ ਮਾਹੌਲ ਨਹੀਂ ਰਿਹਾ, ਇਸ ਮਾਹੌਲ ਦੇ ਵਿੱਚ ਮੈਂ ਕੰਮ ਨਹੀਂ ਕਰ ਸਕਦਾ। ਅੱਛਾ ਮੁੱਖ ਮੰਤਰੀ ਸਾਹਿਬ ਦੀ ਕਾਬਦੀ ਮਜਬੂਰੀ ਹੈ ਕਿ ਉਹ ਮੰਤਰੀ ਜੀ ਦਾ ਵੀ ਕੁਝ ਨਹੀਂ ਕਰ ਸਕਦੇ। ਬਿਲਕੁਲ। ਔਰ ਇਹਨਾਂ ਹਾਲਾਤਾਂ ਦੇ ਵਿੱਚ 10 ਦਿਨਾਂ ਬਾਅਦ ਫਿਰ ਹੁਣ ਕਰੀਏ ਤਾਂ ਕਰੀਏ ਕੀ। ਕੱਲ ਉਹਨਾਂ ਨੇ ਉਹਨਾਂ ਦੀ ਜਿਹੜੀ ਹੈ ਅਸਤੀਫੇ ਨੂੰ ਪ੍ਰਵਾਨ ਕਰਨ ਦੀ ਸਿਫਾਰਿਸ਼ ਕਰਤੀ। ਅੱਛਾ ਜੀ। ਕਿਉਂਕਿ ਜਿਹੜੀ ਵਾਈਸ ਚਾਂਸਲਰ ਦੀ ਨਿਯੁਕਤੀ ਹੈ ਉਹ ਗਵਰਨਰ ਦੇ ਨੋਟੀਫਿਕੇਸ਼ਨ ਦੇ ਨਾਲ ਹੁੰਦੀ ਹੈ ਜੀ ਔਰ ਇੱਕ ਖੁਦ ਮੁਖਤਿਆਰ ਸੰਸਥਾ ਹੈ। ਸਿੱਧੇ ਤੌਰ ਤੇ ਠੀਕ ਹੈ ਕਿ ਮੰਤਰੀ ਮਹਿਕਮੇ ਦਾ ਮੰਤਰੀ ਹੈ ਪਰ ਉਹ ਉਵੇਂ ਜਿਵੇਂ ਦੂਜੇ ਡਾਕਟਰਾਂ ਦੇ ਨਾਲ ਟ੍ਰੀਟ ਕਰ ਸਕਦੇ ਉਸ ਤਰ੍ਹਾਂ ਨਹੀਂ ਕਰ ਸਕਦੇ। ਉਹਨਾਂ ਨੇ ਜੀ ਮਤਲਬ ਉਹਨਾਂ ਦਾ ਅਸਤੀਫਾ ਪ੍ਰਵਾਨਗੀ ਵਾਸਤੇ ਭੇਜਤਾ। ਫਿਰ ਇਹ ਤੇ ਕਿੰਤੂ ਪਰੰਤੂ ਹੋਇਆ ਵੀ ਕੀ ਗੱਲ ਹੈ ਔਰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪ੍ਰਤੀਕਰਮ ਆਇਆ ਉਹਨਾਂ ਦੇ ਬੁਲਾਰੇ ਵੱਲੋਂ ਉਹਨੇ ਇਹ ਗੱਲ ਕਹੀ ਹੈ ਜੀ ਅਸਲ ਦੇ ਵਿੱਚ ਜਿਹੜੀਆਂ ਭਾਵਨਾਵਾਂ ਸੀ ਜੀ ਵਾਈਸ ਚਾਂਸਲਰ ਦੀਆਂ ਉਹਨਾਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਜੀ ਅਸੀਂ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਸਰਕਾਰ ਨੇ ਭੇਜ ਦਿੱਤਾ ਹੈ ਤੇ ਉਹ ਅਸਤੀਫਾ ਹੁਣ ਪ੍ਰਵਾਨ ਹੋ ਜਾਣਾ। ਉਨੀ ਦੇਰ ਤੱਕ ਕੋਈ ਐਕਟਿੰਗ ਜਿੰਨੀ ਦੇਰ ਤੱਕ ਨਵਾਂ BC ਨਹੀਂ ਲੱਗਦਾ ਕਿਸੇ ਐਕਟਿੰਗ ਅਧਿਕਾਰੀ ਨੂੰ ਐਕਟਿੰਗ BC ਦਾ ਉਹਦਾ ਦੇ ਦਿੱਤਾ ਜਾਊਗਾ। ਫਿਰ IAS ਨੂੰ ਵੀ ਦੇ ਦਿੰਦੇ। IAS ਨੂੰ ਵੀ ਕੋਈ ਵੀ ਅਧਿਕਾਰੀ ਮੇਰੇ ਖਿਆਲ IAS ਨੂੰ ਦੇਣਗੇ ਕਿਉਂਕਿ ਮੇਰਾ ਖਿਆਲ ਹੈ ਵੀ ਇਹ ਡਾਇਰੈਕਟਰ ਮੈਡੀਕਲ ਰਿਸਰਚ ਮੈਡੀਕਲ ਐਜੂਕੇਸ਼ਨ ਵਗੈਰਾ ਹੁੰਦੀ ਹੈ ਉਹਦੇ 'ਚ ਹੋਣਗੇ। ਵੈਸੇ ਇਸ ਵੇਲੇ ਮੇਰਾ ਖਿਆਲ ਡਾਕਟਰ ਜਿਹੜੀ ਆਪਣੇ ਸੀਗੇ ਪਹਿਲਾਂ IAS ਅਧਿਕਾਰੀ ਹੁਸਨ ਲਾਲ ਹੋਰੀ ਉਹ ਰਿਟਾਇਰ ਹੋ ਚੁੱਕੇ ਹੈ ਤੇ ਮੈਨੂੰ ਤਾਂ ਲੱਗਦਾ ਵੀ ਸੈਕਟਰੀ ਵੀ ਕੋਈ ਇਸ ਵੇਲੇ ਡਿਪਾਰਟਮੈਂਟ ਦਾ ਹੈ ਨਹੀਂਗਾ। ਖੈਰ ਉਹ ਲਾਉਣਗੇ ਕਿਸੇ ਨੂੰ ਤਾਂ ਬੰਦਾ ਜਾਣਾ ਹੀ ਪੈਣਾ। ਖੈਰ ਇਹਦੇ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਡਾਕਟਰ ਰਾਜ ਬਹਾਦਰ ਉਹ ਇੱਕ ਪ੍ਰਸ਼ਾਸਕ ਬਣ ਗਿਆ ਸੀ। ਉਹਨਾਂ ਦੇ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਖਫਾ ਵੀ ਹੈ। ਔਰ ਅੱਜ ਇਹ ਖਬਰ ਜਿਹੜੀ ਆ ਰਹੀ ਹੈ ਕਿ ਜਦੋਂ ਇਹ ਪਤਾ ਲੱਗਾ ਕਿ ਅਸਤੀਫੇ ਦੀ ਪ੍ਰਵਾਨਗੀ ਲੱਡੂ ਪਟਾਕੇ ਉੱਥੇ ਕਹਿੰਦੇ ਜਾਗੋ ਆਪਣਾ ਕੀ ਹੈ ਤੀਆਂ ਵੀ ਲਾਈਆਂ ਗਈਆਂ ਮੈਡੀਕਲ ਦੇ ਜਿਹੜੇ ਮੈਡੀਕਲ ਡਾਕਟਰ ਆਪਣਾ ਮੈਡੀਕਲ ਕਾਲਜ ਦੇ ਜਾਂ ਮੈਡੀਕਲ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਡਾਕਟਰ ਹੈ ਜਾਂ ਜਿਹੜੇ ਟੀਚਰ ਹੈ ਤੁਹਾਡੇ ਸਟੂਡੈਂਟਸ ਵਗੈਰਾ ਹੈਗੇ ਆ ਜਾਂ ਜਿਹੜਾ ਨਾਨ ਟੀਚਿੰਗ ਸਟਾਫ ਹੈਗਾ ਜਿਹਨਾਂ ਨੂੰ ਆਪਾਂ ਕਰਮਚਾਰੀ ਕਹਿ ਦਿੰਦੇ ਹਾਂ ਉਹਨਾਂ ਨੇ ਉਹਦੇ ਤੇ ਖੁਸ਼ੀ ਵੀ ਬਣਾਈ ਵੀ ਹੈ। ਉਹਨਾਂ ਤੇ ਚਲੋ ਆਪੋ ਆਪਣੀ ਥਾਂ ਦੇ ਉੱਤੇ ਹੈ ਲੇਕਿਨ ਸਰਜਨ ਇੱਕ ਤਕੜਾ ਸੀ ਤੇ ਤਕੜਾ ਸਰਜਨ ਦਾ ਤੋਂ ਵਾਂਝੇ ਹੋ ਜਾਣਾ ਇੱਕ ਯੂਨੀਵਰਸਿਟੀ ਦਾ ਇਹਦਾ ਕੋਈ ਹੱਲ ਹੋਰ ਵੀ ਕੱਢਿਆ ਜਾ ਸਕਦਾ ਸੀਗਾ ਬੈਠ ਕੇ ਕਰ ਸਕਦੇ ਸੀ। ਪਰ ਨਾਲ ਇੱਕ ਹੋਰ ਖਬਰ ਆ ਗਈ ਕਹਿੰਦੇ ਜੀ ਵਾਈਸ ਚਾਂਸਲਰ ਇਕੱਲਾ ਨਹੀਂ ਗਿਆ 200 ਗੱਦੇ ਵੀ ਬਦਲਤੇ ਜੀ। ਅੱਛਾ ਜੀ।
ਨਵੇਂ ਗੱਦੇ ਲਾਤੇ ਕਹਿੰਦੇ ਹੁਣ ਉਹ ਜਿਹੜੇ ਮੰਤਰੀ ਸਾਹਿਬ ਨੇ ਜਿਹੜੇ ਭੇਜੇ ਮੰਤਰੀ ਸਾਹਿਬ ਨੇ ਭੇਜੇ 400 ਤਾਂ ਜੇ ਹੋਰ ਹੋਰ ਆਉਣੇ ਆ ਕਹਿੰਦੇ ਮਗਰ ਆਈ ਉਹ ਜਾਂਦੇ ਤਾਂ ਮਗਰੋਂ ਆਈ ਜਾਂਦੇ। ਉਹ ਕਹਿੰਦੇ ਗੱਦੇ ਵੀ ਬਦਲਤੇ, ਮਤਲਬ ਵਾਈਸ ਚਾਂਸਲਰ ਤੋਂ ਪਹਿਲਾਂ ਨਹੀਂ ਬਦਲੇ ਗਏ, ਆਏ ਤਾਂ ਭਾਵੇਂ 2-3 ਦਿਨਾਂ ਦੇ ਸੀਗੇ। ਹਾਂ। ਫਿਰ ਉਹ ਵਾਈਸ ਚਾਂਸਲਰ ਦੇ ਬਦਲਦਾ ਤਾਂ ਪਤਾ ਲੱਗਿਆ ਉਹ ਕਹਿੰਦੇ ਆਹ ਵੀ ਕਹਿੰਦੇ ਪਏ ਰਹਿਣ ਦੇ ਉਨੀ ਦੇਰ ਬਦਲਨੇ ਨਹੀਂ। ਇਹ ਵੀ ਬਦਲਦੇ ਹੋਏ ਬਦਲਤੇ ਅੱਜ। ਸੋ ਏਸੀ ਜੁਐਲਰਸ ਇੱਕ ਜਾਣੇ ਪਹਿਚਾਣਿਆ ਨਾ, ਸੋ ਇਹਨਾਂ ਦੇ ਜਾ ਕੇ ਤੁਸੀਂ 24 ਕੈਰਟ ਦੇ ਪਿਓਰ ਸੋਨੇ ਦੇ ਗਹਿਣੇ ਖਰੀਦ ਕਰ ਸਕਦੇ ਹੋ। ਹਰ ਤਰ੍ਹਾਂ ਦਾ, ਭਾਵੇਂ ਉਹ ਟਿੱਕਾ ਹੋਵੇ, ਕੁੰਦਨ ਦੇ ਹੋਣ, ਹਾਰ ਹੋਣ, ਟਿੱਕਾ ਹੋਵੇ ਕੁੰਦਨ ਦਾ, ਜੋੜੀ ਹੋਵੇ, ਰਿੰਗ, ਕੈਂਠਾ, ਅੰਗੇਜਮੈਂਟ ਰਿੰਗ, ਤਾਂ ਫਿਰ 25416104 ਐਵਨਿਊ ਕੈਂਟ ਦੇ ਉੱਤੇ ਜਾ ਕੇ ਤੁਸੀਂ ਇਹ ਬਾਏ ਕਰ ਸਕਦੇ ਹੋ। ਵਿਜੇ ਨਾਲ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਵੀ ਕਿਹੜਾ ਰੈਡੀ ਸਟਾਕ ਹੈ ਜਾਂ ਕਿਸ ਤਰ੍ਹਾਂ ਦਾ ਤੁਸੀਂ ਹੋਰ ਗੱਲਬਾਤ ਕਰਨੀ ਹੈ। 8568038877 ਤੇ ਕਾਲ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ, ਹੁਣ ਇੱਕ ਹੁੰਦੀਆਂ ਮੁਫਤ ਸਹੂਲਤਾਂ ਜੀ, ਇੱਕ ਹੁੰਦਾ ਵੈਲਫੇਅਰ ਜੀ। ਆਪਾਂ ਅਕਸਰ ਕਹਿੰਦੇ ਸੀ ਕਿ ਵੀ ਵੈਲਫੇਅਰ ਸਟੇਟ ਵੀ ਡਾਕ ਹੈ, ਬਿਲਕੁਲ ਉਹ ਬੜੀ ਸਸਤੀ ਹੁੰਦੀ ਸੀ, ਉਹਨਾਂ ਦਾ ਬਹੁਤ ਮਹਿੰਗਾ ਪੈ ਜਾਂਦਾ। ਜਿੰਨੇ 10 ਕੀ ਕਹਿੰਦੇ ਆ ਚਿੱਠੀਆਂ ਵੰਡਣ ਵਾਸਤੇ ਇੱਕ ਡਾਕ ਹੀ ਆਉਂਦਾ, ਤੇ ਉਹਨੇ ਦੀ ਤਾਂ ਸਮਝ ਲਓ ਤਨਖਾਹ ਗਿਣੀ ਹੈ ਤਾਂ ਕਿਤੇ ਦੀ ਕਿਤੇ ਜਾਂਦੀ, ਟਿਕਟ 25 ਪੈਸੇ। ਸੋ ਸੁਪਰੀਮ ਕੋਰਟ ਨੇ ਇੱਕ ਸਪਸ਼ਟ ਲਕੀਰ ਖਿੱਚਦੀ ਹੈ ਕਿ ਮੁਫਤ ਸਹੂਲਤਾਂ ਕੀ ਨੇ ਤੇ ਭਲਾਈ ਯੋਜਨਾਵਾਂ ਕੀ ਨੇ। ਇਹ ਕਿਉਂ ਕੀਤਾ ਜੀ? ਅਸਲ ਦੇ ਵਿੱਚ ਇੱਕ ਵਕੀਲ ਹੈ ਜੀ, ਸੀਨੀਅਰ ਵਕੀਲ ਹੈ ਸੁਪਰੀਮ ਕੋਰਟ ਦੇ, ਉਹਨਾਂ ਨੇ ਪਾਈ ਹੈ ਪਟੀਸ਼ਨ। ਅੱਛਾ ਜੀ। ਉਸ ਪਟੀਸ਼ਨ ਦੇ ਰਾਹੀਂ ਉਹਨਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਪਾਰਟੀਆਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ ਜਿਹੜੀਆਂ ਪਾਰਟੀਆਂ ਲੋਕਾਂ ਨੂੰ ਮੁਫਤ ਸਹੂਲਤਾਂ ਦੇਣ ਦਾ ਐਲਾਨ ਕਰਦੀਆਂ ਜੀ। ਚੋਣਾਂ ਦਾ ਜਦੋਂ ਸਮਾਂ ਆਉਂਦਾ ਵੀ ਤੁਹਾਨੂੰ ਆਹ ਵੀ ਦੇ ਦਿਆਂਗੇ ਤੇ ਆਹ ਵੀ ਦੇ ਦਿਆਂਗੇ, ਆਹ ਵੀ ਦੇ ਦਿਆਂਗੇ, ਬਾਅਦ ਦੇ ਵਿੱਚ ਫਿਰ ਉਹਨਾਂ ਵਾਅਦਿਆਂ ਦੀ ਪੂਰਤੀ ਦੇ ਲਈ ਟੈਕਸ ਵੀ ਲੱਗਦੇ ਤੇ ਅਰਥਚਾਰਾ ਜਿਹੜਾ ਖਰਾਬ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਮੁਲਕ ਦੀ ਇਕਨੋਮੀ ਹੈ ਜਿਹੜੀ ਖਰਾਬ ਹੁੰਦੀ ਹੈ, ਉਹ ਕਹਿੰਦੇ ਜੀ ਨਾ ਤੇ ਉੱਤੇ ਪਾਬੰਦੀ ਲਾ ਦਿਓ ਜੀ। ਜਸਟਿਸ ਰਮਨਾ ਸਾਹਿਬ ਜਿਹੜੇ ਹੁਣ 26 ਅਗਸਤ ਨੂੰ ਰਿਟਾਇਰ ਹੋ ਰਹੇ ਹੈ, ਉਹਨਾਂ ਦੇ ਬੈਂਚ ਦੇ ਕੋਲ ਇੱਕ ਕੇਸ ਚਲਾ ਗਿਆ ਸੀ ਤੇ ਉਹਨਾਂ ਨੇ ਨੋਟਿਸ ਜਾਰੀ ਕਰਤਾ ਸੀ ਸਾਰੀਆਂ ਤਰ੍ਹਾਂ ਨੂੰ ਜੀ, ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀ ਹੈ ਕਿ ਲਿਆਓ ਜੀ ਤੁਸੀਂ ਆਪੋ ਆਪਣਾ ਪੱਖ ਰੱਖੋ। ਲੇਕਿਨ ਪੱਖ ਰੱਖਣ ਦੇ ਵਿੱਚ ਥੋੜੀ ਦੇਰੀ ਹੋਈ ਤੇ ਫਿਰ ਥੋੜੀ ਸੁਪਰੀਮ ਕੋਰਟ ਨੇ ਸਖਤੀ ਕੀਤੀ ਕਿ ਨਹੀਂ ਜੀ ਪੱਖ ਰੱਖਣਾ ਪੈਣਾ ਜੀ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕੱਲ ਡਾਂਟ ਵੀ ਪਾਈ ਮਾਨਯੋਗ ਚੀਫ ਜਸਟਿਸ ਨੇ ਜੀ। ਉਹ ਕਹਿੰਦੇ ਅਖਬਾਰਾਂ 'ਚ ਖਬਰ ਤਾਂ ਲੱਗ ਗਈ ਕਿ ਤੁਸੀਂ ਆਪਣਾ ਪੱਖ ਪੇਸ਼ ਕਰ ਦਿੱਤਾ ਹੈ ਤੇ ਸਾਡੇ ਕੋਲ ਤਾਂ ਪੱਖ ਪਹੁੰਚੇ ਨਹੀਂ ਥੋੜਾ। ਇਹਦਾ ਮਤਲਬ ਹੈ ਕਿ ਤੁਸੀਂ ਜਿਹੜੀ ਹੈਗੀ ਹੈ ਪਹਿਲਾਂ ਲੀਕ ਕਰਤੀ ਇਹ ਕਾਰਵਾਈ ਤੇ ਹੁਣ ਤੁਸੀਂ ਮਗਰੋਂ ਦਿਓਗੇ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਲੋਕਤੰਤਰ ਦੇ ਵਿੱਚ ਇਹ ਸੰਭਵ ਨਹੀਂ ਜੀ ਕਿ ਤੁਸੀਂ ਕਿਸੇ ਪਾਰਟੀ ਦੀ ਮਾਨਤਾ ਖਤਮ ਕਰ ਦਿਓ, ਕਿਉਂਕਿ ਲੋਕਤੰਤਰ ਜਿੰਦਾ ਹੀ ਨਹੀਂ ਰਹਿ ਸਕਦਾ। ਬਿਲਕੁਲ ਡੈਮੋਕ੍ਰੇਸੀ ਦੇ ਵਿੱਚ ਜ਼ਰੂਰੀ ਹੈ ਪਾਰਟੀਆਂ ਰਹਿਣੀਆਂ ਚਾਹੀਦੀਆਂ। ਇੱਕ ਤਾਂ ਉਹ ਕਹਿੰਦੇ ਜੀ ਇਹ ਹੈ। ਨਾਲ ਅਗਲੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀਆਂ ਮੁਫਤ ਸਹੂਲਤਾਂ ਹੁੰਦੀਆਂ ਤੇ ਨਾਲ ਜਿਹੜੀ ਰਿਸਪੌਂਸਿਬਿਲਿਟੀ ਹੁੰਦੀ ਹੈ ਜੀ, ਜਿਹੜੀ ਵੈਲਫੇਅਰ ਸਟੇਟ ਦੀ ਆਪਾਂ ਗੱਲ ਕਰਦੇ ਹਾਂ, ਚੀਜ਼ਾਂ ਅਲੱਗ-ਅਲੱਗ ਹੈ। ਉਹਦੇ 'ਚ ਉਹਨਾਂ ਨੇ 2 ਮਿਸਾਲਾਂ ਦਿੱਤੀਆਂ, ਦਾਨੇ ਵਾਲੀਆਂ ਸਾਹਿਬ ਬੜੀਆਂ ਸ਼ਾਨਦਾਰ ਮਿਸਾਲਾਂ ਦਿੱਤੀਆਂ। ਅੱਛਾ ਜੀ। ਉਹ ਕਹਿੰਦਾ ਵੀ ਮੇਰੇ ਜਿਹੜੇ ਫਾਦਰ ਇਨ ਲਾ ਹੈ, ਮੇਰੇ ਸਹੁਰਾ ਸਾਹਿਬ, ਉਹ ਇੱਕ ਕਿਸਾਨ। ਅੱਛਾ ਜੀ। ਉਹਨਾਂ ਦੇ ਇਲਾਕੇ ਦੇ ਵਿੱਚ ਉਹ ਕਹਿੰਦੇ ਵੀ ਬਿਜਲੀ ਦਾ ਕੁਨੈਕਸ਼ਨ ਨਹੀਂ ਸੀ ਮਿਲਦਾ, ਉਹਨਾਂ ਨੂੰ ਕੁਨੈਕਸ਼ਨ ਦੀ ਲੋੜ ਸੀ। ਉਹਨਾਂ ਨੇ ਕਹਿੰਦੇ ਮੇਰੇ ਨਾਲ ਗੱਲ ਕੀਤੀ ਵੀ ਤੂੰ ਕਾਕਾ ਸਾਡੇ ਨੇ ਲਾਇਆ ਵੀ ਤੂੰ ਦੱਸ ਭਾਈ ਐ ਕਰਕੇ ਤੇ ਕੋਈ ਪਟੀਸ਼ਨ ਵਗੈਰਾ ਪਾ ਦਈਏ। ਕਹਿੰਦਾ ਮੈਂ ਕਿਹਾ ਜੀ ਇਹ ਪਟੀਸ਼ਨ ਤਾਂ ਅੱਜ ਕੁਛ ਨਹੀਂ ਕਰ ਸਕਦੀ, ਇਹ ਤਾਂ ਜਿਹੜਾ ਹੈਗਾ ਅਦਾਲਤ ਦੀ ਆਪਣੀ ਸਰਕਾਰ ਦੀ ਨੀਤੀ ਹੈ ਜਿਹੜੀ, ਇਹ ਮਾਮਲੇ ਨੀਤੀ ਦੇ ਮੁਤਾਬਕ ਚੱਲਦੇ, ਜਿੱਦਾਂ ਨੀਤੀ ਬਣ ਗਈ ਤੁਹਾਡੇ ਵੀ ਲੱਗ ਜੂਗਾ ਤੇ ਤੁਸੀਂ ਰਹਿਣ ਦਿਓ। ਲਓ ਜੀ, ਕਹਿੰਦੇ ਇਲੈਕਸ਼ਨ ਦਾ ਟਾਈਮ ਆ ਗਿਆ ਤੇ ਸਰਕਾਰ ਨੇ ਐਲਾਨ ਕਰਤਾ ਕਿ ਜਿਹੜੇ ਨਜਾਇਜ਼ ਕੁਨੈਕਸ਼ਨ ਲੱਗੇ ਹੋਏ ਚੋਰੀ ਕਰਨ ਵਾਲੇ ਬੰਦੇ ਦੇ ਉਹ ਰੈਗੂਲਰ ਕਰਤੇ ਜੀ ਸਾਰੇ ਜੀ। ਉਹ ਕਹਿੰਦਾ ਵੀ ਇਹਨੂੰ ਹੁਣ ਤੁਸੀਂ ਕੀ ਕਹੋਗੇ? ਇਹ ਫਰੀ ਵੀ ਆ ਗਈ ਨਾ। ਹਾਂਜੀ ਹਾਂਜੀ, ਇਹ ਫਰੀ ਵੀ ਆ ਗਈ। ਨਾਲ ਉਹਨਾਂ ਨੇ ਆਪ ਦੀ ਮਿਸਾਲ ਦਿੱਤੀ, ਕਹਿੰਦੇ ਮੈਂ ਬਣ ਗਿਆ ਜੱਜ। ਇੱਕ ਲੋਕੈਲਿਟੀ ਦੇ ਵਿੱਚ ਘਰ ਮੇਰੇ ਕੋਲੇ ਵੀ ਜੀ, ਘਰ ਲੋਕਾਂ ਕੋਲੇ ਵੀ, ਮੈਂ ਨਿਯਮਾਂ ਦੇ ਮੁਤਾਬਕ ਬੰਨਿਆ ਖੜੋਤਾ ਕਿ ਨਿਯਮ ਅਲਾਓ ਨਹੀਂ ਕਰਦੇ ਜੀ, ਉੱਤੇ ਆਪਾਂ ਇੱਟ ਨਹੀਂ ਲਾ ਸਕਦੇ, ਇੱਟ ਨਹੀਂ ਲਾ ਸਕਦੇ। ਤੇ ਮੇਰੇ ਨਾਲ ਦੇ ਜਿਹੜੇ ਘਰ ਸੀ ਉਹਨਾਂ ਨੇ ਕਹਿੰਦਾ 3 ਮੰਜ਼ਲੇ ਚੱਕ ਦੇ ਚੌਂਟੇ। ਵੋਟਾਂ ਦਾ ਟਾਈਮ ਆ ਗਿਆ ਤੇ ਸਰਕਾਰ ਨੇ ਕਹਿੰਦਾ ਸਾਰੇ ਰੈਗੂਲਰ। ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਤਾਂ ਰਹਿ ਗਿਆ, ਤੇ ਦੂਜੇ ਕਹਿੰਦੇ ਕਾਨੂੰਨ ਦੀ ਉਲੰਘਣਾ ਕਰਨ ਵਾਲਾ ਬੰਦਾ ਜਿਹੜਾ ਉਹ ਮਾਰਿਆ ਗਿਆ, ਉਹ ਮੌਜਾਂ ਲੈ ਗਿਆ। ਇਸ ਕਰਕੇ ਕਹਿੰਦਾ ਭਾਈ ਇਹਦਾ ਫਰਕ ਹੈ। ਦੇਖੋ ਕਹਿੰਦੇ ਸਹੂਲਤਾਂ ਹੋਰ ਚੀਜ਼ ਹੈ ਤੇ ਜਿਹੜੀ ਤੁਹਾਡਾ ਵੈਲਫੇਅਰ ਸਟੇਟ ਦੀਆਂ ਜਿਹੜੀਆਂ ਭਲਾਈ ਸਕੀਮਾਂ ਉਹ ਹੋਰ ਚੀਜ਼ ਹੈ। ਕਿਉਂਕਿ ਵਿਰੋਧ ਇਹਦਾ ਆਮ ਆਦਮੀ ਪਾਰਟੀ ਨੇ ਕੀਤਾ ਸੀ। ਆਮ ਆਦਮੀ ਪਾਰਟੀ ਨੇ ਆਪਣਾ ਵਕੀਲ ਪੇਸ਼ ਕੀਤਾ ਬਕਾਇਦਾ ਤੌਰ ਤੇ। ਉਹ ਕਹਿੰਦੇ ਜੀ ਸਾਨੂੰ ਇਹ ਪ੍ਰਵਾਨ ਨਹੀਂ, ਕਿਉਂਕਿ ਅਸਲ ਦੇ ਵਿੱਚ ਕਹਿੰਦੇ ਅਸੀਂ ਤਾਂ ਲੋਕਾਂ ਨੂੰ ਮੁਫਤ ਬਿਜਲੀ ਦਿੰਦੇ ਹਾਂ, ਅਸੀਂ ਲੋਕਾਂ ਨੂੰ ਮੁਫਤ ਪਾਣੀ ਦਿੰਦੇ ਹਾਂ,
ਇਹਦਾ ਕਰਕੇ ਕਹਿੰਦੇ ਵੀ ਅੱਗੇ ਚੋਣਾਂ ਆਉਂਦੀਆਂ ਤੇ ਸਾਨੂੰ ਰੋਕਣਾ ਚਾਹੁੰਦੇ। ਜੇ ਮੈਂ ਗੱਲ ਠੀਕ ਹੈ, ਮੈਂ ਉਹਨਾਂ ਦੇ ਨਾਲ ਸਹਿਮਤ ਹਾਂ, ਆਮ ਆਦਮੀ ਪਾਰਟੀ ਵਾਲੇ ਨਾਲ ਜੀ। ਜੇ ਤੁਸੀਂ ਵੱਡੇ ਵੱਡੇ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦੇ ਮਿੱਤਰ ਹੈ, ਉਹਨਾਂ ਦਾ 10 ਲੱਖ ਹਜ਼ਾਰ ਕਰੋੜ ਰੁਪਈਆ ਤੁਸੀਂ ਮਤਲਬ ਮਾਫ ਕਰ ਸਕਦੇ ਹੋ, ਤੇ ਗਰੀਬਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਹੈ? ਇਹੀ ਗੱਲ ਮਾਨਯੋਗ ਅਦਾਲਤ ਨੇ ਕਿਹਾ ਕਿ ਜਿਹੜੀਆਂ ਸਕੀਮਾਂ ਹੋ ਰਹਾ ਭਲਾਈ ਸਕੀਮਾਂ ਜੀ ਫ੍ਰੀ ਵੀ ਹੋ ਰਿਹਾ, ਜਿਹੜੀਆਂ ਯੋਜਨਾਵਾਂ ਵੀ ਲੋਕਾਂ ਨੂੰ ਇਹ ਚੱਕ ਫ੍ਰੀ ਵੀ ਤਾਂ ਤੁਸੀਂ ਸਮਝ ਲਓ ਸਿੱਧੀ ਗੱਲ ਉਹਦਾ ਕਰਪਸ਼ਨ ਹੈ, ਕਰਪਸ਼ਨ ਹੈ। ਬਿਲਕੁਲ ਇਹਦੇ ਤੇ ਉਹਨਾਂ ਨੇ ਕਹਿਤਾ ਜੀ ਇਹਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ, ਇਹਦੇ ਵਾਸਤੇ ਕੁਛ ਨਾ ਕੁਛ ਸੁਧਾਰ ਕਰਨਾ ਚਾਹੀਦਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਾ ਕੇ ਤੁਸੀਂ ਉਹ ਚੀਜ਼ਾਂ ਦਾ ਐਲਾਨ ਕਰ ਦਿਓ ਜਿਹੜੀਆਂ ਕਰਨੀਆਂ ਸੰਭਵ ਨਹੀਂ ਹੁੰਦੀਆਂ, ਤੇ ਜੇ ਕਰੋਗੇ ਤੇ ਫਿਰ ਪ੍ਰੋਬਲਮ ਆਉਂਦੀ ਹੈ। ਦਾਨੇਲੀਆ ਸਾਹਿਬ ਆਪਣੇ ਗੁਆਂਢ 'ਚ 2 ਦੇਸ਼ ਹੈ ਜੀ, ਇੱਕ ਹੈ ਸ਼੍ਰੀਲੰਕਾ। ਹਾਂਜੀ, ਸ਼੍ਰੀਲੰਕਾ ਦੀ ਹਾਲਤ ਕੀ ਹੋਈ? ਬਹੁਤ ਭੈੜਾ ਹਾਲ ਹੋਇਆ ਪਿਆ ਇਸ ਵੇਲੇ, ਬਹੁਤ ਭੈੜਾ ਹਾਲ ਹੋਇਆ ਪਿਆ। ਉੱਥੋਂ ਦੇ ਰਾਸ਼ਟਰਪਤੀ ਨੂੰ ਛੱਡ ਕੇ ਭੱਜਣਾ ਪੈ ਗਿਆ। ਮੁੜਿਆ ਕਹਿੰਦੇ ਹੁਣ ਤਾਂ ਨਹੀਂ, ਥਾਈਲੈਂਡ 'ਚ ਹੈ। ਥਾਈਲੈਂਡ ਚ ਹਜੇ ਮੁੜਿਆ ਨਹੀਂ, ਸੁਣਿਆ ਸੀ ਵੀ ਥਾਈਲੈਂਡ ਉਹ ਚੱਲ ਪਿਆ। ਥਾਈਲੈਂਡ 'ਚ ਵੇਖੋ ਉਹਨੂੰ ਕੋਈ ਮਾੜੀ ਮੋਟੀ ਹੈ, ਉਹ ਹੋ ਗਿਆ। ਇਹੀ ਚੀਜ਼ ਪਾਕਿਸਤਾਨ ਦੀ ਹੈ। ਪਾਕਿਸਤਾਨ ਨੂੰ ਵੀ ਅਸੀਂ ਹੁਣ ਕਰਜ਼ਾ ਲਈ ਜਾਂਦੇ, ਸਾਡਾ ਥੋੜਾ ਜਿਹਾ ਰੈਪੂਟੇਸ਼ਨ ਬਣਿਆ ਵਾ ਵੀ ਇਹ ਮੋੜ ਦੇਣਗੇ ਜੀ, ਪਰ ਜਦੋਂ ਇਹ ਪਤਾ ਲੱਗਾ ਕਿ ਐਂ ਖਜ਼ਾਨੇ ਲੁਟਾਈ ਜਾਂਦੀ, ਤੇ ਫਿਰ ਸਾਡੀ ਵੀ ਹਾਲਤ ਜਿਹੜੀ ਪਾਕਿਸਤਾਨ ਵਾਲੀ ਤੇ ਉਹਦੇ ਵਾਲੀ ਹੋ ਜਾਣੀ। ਇਸ ਕਰਕੇ ਸੁਪਰੀਮ ਕੋਰਟ ਦੀ ਚਿੰਤਾ ਜਿਹੜੀ ਉਹ ਠੀਕ ਹੈ। ਔਰ 26 ਤਾਰੀਖ ਨੂੰ ਰਿਟਾਇਰ ਹੋਣਾ ਜੀ। ਹੁਣ ਜਿਹੜਾ ਚੀਫ ਜਸਟਿਸ ਆਫ ਇੰਡੀਆ ਨੇ ਕਹਿਤਾ ਜੀ 17 ਤਾਰੀਖ ਤੋਂ ਪਹਿਲਾਂ ਜੀ ਆਪੋ ਆਪਣੇ ਪੱਖ ਸਾਰੀਆਂ ਤਰ੍ਹਾਂ ਪੇਸ਼ ਕਰ ਦਿਓ ਤੇ ਇਹਦਾ ਅਸੀਂ ਨਿਪਟਾਰਾ ਕੋਈ ਨਾ ਕੋਈ ਕਰਨਾ ਹੈ। ਮੇਰਾ ਖਿਆਲ ਹੈ ਵੀ ਸ਼ਾਇਦ ਕੋਈ ਆਪਾਂ ਨੂੰ ਚੰਗੀ ਖਬਰੀ ਆ ਜਾਏ ਜਾਂਦੇ ਜਿਹੜੀ ਸਾਡੇ ਚੀਫ ਜਸਟਿਸ ਹੈ ਉਹ ਕੋਈ ਚੰਗਾ ਫੈਸਲਾ ਕਰ ਦੇਣ ਜਿਹੜਾ ਪ੍ਰੋ ਪੀਪਲ ਵੀ ਹੋਵੇ ਜੀ ਔਰ ਪ੍ਰੋ ਕੰਟਰੀ ਵੀ ਹੋਵੇ ਜੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਲੈਂਦੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ, ਪ੍ਰੋਗਰਾਮ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹਿਣਗੇ। ਧੰਨਵਾਦ ਤੇ ਮਿਲਦੇ ਹਾਂ ਫਿਰ। ਸੌ ਸ਼ਮਾਦਾਨ।